वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 319। ਜਰਨੈਲ ਸਿੰਘ ਭਿੰਡਰਾਂਵਾਲਾ। ਸੰਤਾਂ ਦੀ ਗੱਦੀ ਅਤੇ ਸੰਤ ਪ੍ਰਥਾ ਦਾ ਹਰ ਥਾਂ ਸਤਿਕਾਰ ਹੈ। ਲੋਕ ਉਹਨਾਂ ਦੇ ਡੇਰਿਆਂ ਵੱਲ ਰੂਹਾਨੀ ਸ਼ਾਂਤੀ ਤੇ ਸੰਸਾਰਿਕ ਸਮੱਸਿਆਵਾਂ ਤੇ ਕਸ਼ਟਾਂ ਦੇ ਨਿਵਾਰਨ ਹਿੱਤ ਆਉਂਦੇ ਹਨ। ਬਹੁਤ ਸਾਰੇ ਸੰਤ ਆਪਣੀ ਪਵਿੱਤਰਤਾ ਤੇ ਭਗਤੀ ਭਾਵ ਕਰਕੇ ਪ੍ਰਸਿੱਧ ਹੋਏ ਹਨ ਤੇ ਉਹਨਾਂ ਦੇ ਰਿਣੀ ਸ਼ਰਧਾਲੂਆਂ ਨੇ ਉਹਨਾਂ ਦੇ ਡੇਰਿਆਂ ਲਈ ਭਾਰੀ ਦਾਨ ਵੀ ਦਿੱਤੇ ਹਨ। ਇਹਨਾਂ ਸਾਲਾਂ ਵਿੱਚ ਨਵੀਂ ਉੱਗੀ ਹੋਈ ਸੰਸਥਾ ਦਮਦਮੀ ਟਕਸਾਲ ਸੀ। 1906 ਵਿੱਚ ਟਕਸਾਲ ਮੋਗਾ ਤਹਿਸੀਲ ਦੇ ਭਿੰਡਰ ਪਿੰਡ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਉਸ ਮਗਰੋਂ ਇਸ ਦੇ ਅਹੁਦੇਦਾਰਾਂ ਨੂੰ ਭਿੰਡਰਾਂ ਵਾਲੇ ਕਿਹਾ ਜਾਣ ਲੱਗਾ। ਪਟਿਆਲਾ ਜ਼ਿਲ੍ਹੇ ਵਿੱਚ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਉਹ ਸਥਾਨ ਸੀ ਜਿੱਥੇ ਸਿੱਖਾਂ ਦੇ ਆਖਰੀ ਗੁਰੂ ਆਪਣੇ ਮਗਰ ਲੱਗੇ ਵੈਰੀਆਂ ਤੋਂ ਬਚਦੇ ਬਚਾਉਂਦੇ ਆ ਕੇ ਰੁਕੇ ਸਨ, ਸਾਹ ਲਿਆ ਸੀ। ਇੱਥੇ ਹੀ ਉਹਨਾਂ ਪਵਿੱਤਰ ਗ੍ਰੰਥਾਂ ਦੀ ਆਖਰੀ ਜਿਲਦ ਤਿਆਰ ਕੀਤੀ ਸੀ। ਇਸ ਸਥਾਨ ਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਸੀ, ਜੋ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਵਾਲੇ ਇੱਕ ਦੁਰਾਨੀ ਨੂੰ ਮਾਰ ਕੇ ਸ਼ਹੀਦ ਹੋ ਗਿਆ ਸੀ। ਉਸ ਦਾ ਸਮਾਰਕ ਦਰਬਾਰ ਸਾਹਿਬ ਦੀ ਦੱਖਣੀ ਪਰਿਕਰਮਾ ਵਿੱਚ ਹੈ। ਭਿੰਡਰਾਂ ਦੀ ਦਮਦਮੀ ਟਕਸਾਲ ਸੰਤ ਗੁਰਬਚਨ ਸਿੰਘ ਸਮੇਂ ਬਹੁਤ ਮਾਣ ਪ੍ਰਤਿਸ਼ਠਾ ਪ੍ਰਾਪਤ ਕਰ ਗਈ ਸੀ। ਜਦੋਂ ਗੁਰਬਚਨ ਸਿੰਘ ਅਕਾਲ ਚਲਾਣਾ ਕਰ ਗਿਆ ਸੀ ਤਾਂ ਉਸ ਦੇ ਦੋ ਪੈਰੋਕਾਰਾਂ ਮੋਹਨ ਸਿੰਘ ਤੇ ਕਰਤਾਰ ਸਿੰਘ ਵਿਚਕਾਰ ਗੱਦੀ ਨੂੰ ਲੈ ਕੇ ਝਗੜਾ ਹੋ ਗਿਆ। ਮੋਹਨ ਸਿੰਘ ਨੇ ਇੱਕ ਅਕਾਲੀ ਮੰਤਰੀ ਦੇ ਸਮਰਥਨ ਨਾਲ ਭਿੰਡਰ ਟਕਸਾਲ ਦਾ ਪ੍ਰਬੰਧ ਸੰਭਾਲ ਲਿਆ। ਉਸ ਦੇ ਪ੍ਰਤੀਪੱਖੀ ਨੇ ਆਪਣੀ ਟਕਸਾਲ ਅੰਮ੍ਰਿਤਸਰ ਨੇੜੇ ਚੌਂਕ ਮਹਿਤਾ ਵਿੱਚ ਕਾਇਮ ਕਰ ਲਈ। ਜਦੋਂ ਅਗਸਤ 1971 ਵਿੱਚ ਕਰਤਾਰ ਸਿੰਘ ਇੱਕ ਕਾਰ ਦੁਰਘਟਨਾ ਵਿੱਚ ਮਾਰਿਆ ਗਿਆ ਤਾਂ ਸੰਗਤ ਨੇ ਕਰਤਾਰ ਸਿੰਘ ਦੇ ਚਹੇਤੇ ਸੇਵਕ ਜਰਨੈਲ ਸਿੰਘ ਨੂੰ ਸਰਵਸੰਮਤੀ ਨਾਲ ਉਸ ਦੇ ਪੁੱਤਰ ਅਮਰੀਕ ਸਿੰਘ ਨਾਲੋਂ ਤਰਜੀਹ ਦੇ ਕੇ ਉਸ ਦਾ ਉੱਤਰਾਧਿਕਾਰੀ ਚੁਣ ਲਿਆ। ਉਸ ਦੀ ਚੋਣ ਦਾ ਵਿਰੋਧ ਕਰਨ ਦੀ ਥਾਂ ਅਮਰੀਕ ਸਿੰਘ ਜਰਨੈਲ ਸਿੰਘ ਦਾ ਸਹਿਯੋਗੀ ਤੇ ਵਿਸ਼ਵਾਸ ਪਾਤਰ ਬਣ ਗਿਆ ਤੇ ਮਗਰੋਂ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੁਖੀ ਬਣ ਗਿਆ। ਜਰਨੈਲ ਸਿੰਘ ਦਾ ਜਨਮ 1947 ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਰੋਡੇ ਪਿੰਡ ਵਿੱਚ ਹੋਇਆ। ਉਹ 8 ਬੱਚਿਆਂ ਦੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ। ਉਸ ਦਾ ਪਿਤਾ ਜੋਗਿੰਦਰ ਸਿੰਘ ਆਰੰਭ ਵਿੱਚ ਇੱਕ ਗਰੀਬ ਬਰਾੜ ਜੱਟ ਸੀ। ਗਰੀਬੀ ਤੇ ਧਾਰਮਿਕ ਜੋਸ਼ ਦੇ ਕਾਰਨ ਹੀ ਜੋਗਿੰਦਰ ਸਿੰਘ ਨੇ ਆਪਣਾ 7 ਸਾਲਾ ਪੁੱਤਰ ਮਹਿਤਾ ਚੌਂਕ ਦੀ ਦਮਦਮੀ ਟਕਸਾਲ ਤੇ ਭੇਂਟ ਕਰ ਦਿੱਤਾ। ਜਰਨੈਲ ਸਿੰਘ ਨੇ ਬਹੁਤ ਥੋੜ੍ਹੀ ਸਕੂਲ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਗ੍ਰੰਥ ਵਿਚਲੇ ਕੁਝ ਸ਼ਬਦ ਹੀ ਜ਼ਬਾਨੀ ਯਾਦ ਕੀਤੇ ਤੇ ਸਿੱਖ ਇਤਿਹਾਸ ਦਾ ਪ੍ਰਾਰੰਭਕ ਗਿਆਨ ਪ੍ਰਾਪਤ ਕੀਤਾ। ਇਸ ਨਾਲ ਉਸ ਦਾ ਵਧੇਰੇ ਕਰਕੇ ਅਨਪੜ੍ਹ ਤੇ ਅੱਧੇ ਪੜ੍ਹੇ ਸਿੱਖ ਕਿਸਾਨਾਂ ਨਾਲ ਸਾਂਝਾ ਸੰਪਰਕ ਸਥਾਪਿਤ ਹੋ ਗਿਆ, ਜੋ ਉਹਦੀ ਬੋਲੀ ਚੰਗੀ ਤਰ੍ਹਾਂ ਸਮਝਦੇ ਸਨ। ਉਸ ਦਾ ਕੰਮ ਸਿੱਧਾ ਸਾਦਾ ਹੀ ਸੀ। ਉਹ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਸ਼ੁਰੂ ਕੀਤਾ ਸਾਦਾ ਤੇ ਕਰੜੀ ਘਾਲਣਾ ਵਾਲਾ ਜੀਵਨ ਬਤੀਤ ਕਰੋ ਤੇ ਆਧੁਨਿਕਤਾ ਦੀਆਂ ਬੁਰਾਈਆਂ ਤੋਂ ਬਚੋ। ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸ਼ਰਾਬ, ਨਸ਼ੀਲੇ ਪਦਾਰਥ, ਤੰਬਾਕੂ ਪੀਣ ਤੇ ਸਿੱਖ ਧਰਮ ਦੇ ਪਵਿੱਤਰ ਦਾੜ੍ਹੀ ਕੇਸ ਕਟਾਉਣ ਤੋਂ ਮਨ੍ਹਾ ਕਰਦਾ ਸੀ। ਜਿਹੜੇ ਇਸ ਤਰ੍ਹਾਂ ਕਰਨ ਲਈ ਸਹਿਮਤ ਹੋ ਜਾਂਦੇ, ਉਹਨਾਂ ਨੂੰ ਉਹ ਸੰਗਤ ਦੀ ਹਾਜ਼ਰੀ ਵਿੱਚ ਅੰਮ੍ਰਿਤ ਛਕਾਉਂਦੇ। ਉਸ ਦੇ ਜ਼ਬਰਦਸਤ ਸਮਰਥਕ ਉਹ ਇਸਤਰੀਆਂ ਤੇ ਬੱਚੇ ਸਨ ਜਿਨ੍ਹਾਂ ਨੇ ਆਪਣੇ ਸ਼ਰਾਬੀ ਤੇ ਅਫੀਮੀ ਪਤੀਆਂ, ਭਰਾਵਾਂ ਤੇ ਪਿਉਆਂ ਹੱਥੋਂ ਕਸ਼ਟ ਉਠਾਏ ਸਨ। ਭਿੰਡਰਾਂਵਾਲੇ ਦੀ ਅੰਮ੍ਰਿਤ ਸੰਚਾਰ ਮੁਹਿੰਮ ਅਤਿਅੰਤ ਸਫਲ ਹੋਈ। ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਤੰਬਾਕੂ, ਸ਼ਰਾਬ ਤੇ ਨਸ਼ਿਆਂ ਤੋਂ ਤੌਬਾ ਕੀਤੀ ਤੇ ਅੰਮ੍ਰਿਤ ਛਕਿਆ। ਵੀਡੀਓ ਕੈਸਟਾਂ ਤੇ ਸਿਨੇਮਾ ਘਰਾਂ ਜਿਨ੍ਹਾਂ ਵਿੱਚ ਅਸ਼ਲੀਲ ਤੇ ਲੱਚਰ ਫਿਲਮਾਂ ਦਿਖਾਈਆਂ ਜਾਂਦੀਆਂ ਸਨ, ਉਹਨਾਂ ਨੂੰ ਵੇਖਣ ਜਾਣ ਦੀ ਥਾਂ ਨੌਜਵਾਨਾਂ ਨੇ ਗੁਰਦੁਆਰਿਆਂ ਵੱਲ ਰੁਖ ਕੀਤਾ। ਲੋਕਾਂ ਨੇ ਸਿਰਫ ਉਹ ਰੁਪਇਆ ਹੀ ਨਾ ਬਚਾਇਆ ਜੋ ਪਹਿਲਾਂ ਅਯਾਸ਼ੀ ਵਿੱਚ ਰੋੜ ਦਿੰਦੇ ਸਨ, ਸਗੋਂ ਉਹ ਆਪਣੇ ਖੇਤਾਂ ਵਿੱਚ ਜ਼ਿਆਦਾ
ਸਮਾਂ ਮਿਹਨਤ ਕਰਦੇ ਤੇ ਵਧੀਆ ਫਸਲਾਂ ਪੈਦਾ ਕਰਨ ਲੱਗੇ। ਉਹ ਜਰਨੈਲ ਸਿੰਘ ਦੇ ਬਹੁਤ ਸ਼ੁਕਰਗੁਜ਼ਾਰ ਹੋਏ, ਜਿਸ ਦਾ ਉਹ ਹੁਣ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਕਹਿ ਕੇ ਸਤਿਕਾਰ ਕਰਨ ਲੱਗੇ। ਭਿੰਡਰਾਂਵਾਲੇ ਨੇ ਧਰਮ ਪ੍ਰਚਾਰਕ ਤੋਂ ਆਪਣੀ ਭੂਮਿਕਾ ਝਗੜੇ ਨਿਪਟਾਉਣ ਵਾਲੇ ਸਾਲਸ ਦੀ ਬਣਾ ਲਈ। ਉਹ ਕਿਸਾਨ ਜੋ ਸਾਲਾਂ ਬੱਧੀ ਮੁਕੱਦਮੇਬਾਜ਼ੀ ਵਿੱਚ ਉਲਝੇ ਰਹੇ ਤੇ ਵਕੀਲਾਂ ਨੂੰ ਫੀਸਾਂ ਭਰਦੇ ਰਹੇ, ਉਹ ਉਸ ਤੋਂ ਸਹਾਇਤਾ ਲੈਣ ਲਈ ਆਏ। ਉਹਨਾਂ ਲੜਕੀਆਂ ਦੇ ਮਾਪੇ ਉਹਦੇ ਦਖਲ ਦੀ ਇੱਛਾ ਕਰਦੇ, ਜਿਨ੍ਹਾਂ ਦੀਆਂ ਲੜਕੀਆਂ ਨੂੰ ਦਾਜ ਲੈਣ ਦੇ ਬਦਲੇ ਤੰਗ ਕੀਤਾ ਜਾਂਦਾ ਸੀ। ਉਸਦੇ ਅੰਗ ਰੱਖਿਅਕ ਤੇ ਸ਼ਸਤਰਧਾਰੀ ਪੈਰੋਕਾਰ ਇਹ ਯਕੀਨੀ ਬਣਾਉਣ ਲਈ ਦ੍ਰਿੜ ਰਹਿੰਦੇ ਕਿ ਉਹਦੇ ਦਿੱਤੇ ਫੈਸਲੇ 'ਤੇ ਅਮਲ ਹੁੰਦਾ। ਦੂਸਰੇ ਧਰਮ ਪ੍ਰਚਾਰਕਾਂ ਦੇ ਮੁਕਾਬਲੇ, ਜਿਹੜੇ ਸਿਰਫ ਜਾਤ-ਪਾਤ ਤੇ ਭੇਦ-ਭਾਵ ਰਹਿਤ ਸਿੱਖ ਆਦਰਸ਼ਾਂ ਦੀਆਂ ਮੂੰਹ ਰੱਖਣੀਆਂ ਗੱਲਾਂ ਹੀ ਕਰਦੇ ਸਨ, ਭਿੰਡਰਾਂਵਾਲੇ ਨੇ ਉੱਚੀਆਂ ਤੇ ਨੀਵੀਆਂ ਜਾਤਾਂ ਵਿੱਚ ਕੋਈ ਭੇਦ-ਭਾਵ ਨਾ ਸਮਝਿਆ ਤੇ ਅਖੌਤੀ ਅਛੂਤਾਂ ਨੂੰ ਆਪਣੇ ਸੰਗਠਨ ਤੇ ਭਾਈਚਾਰੇ ਦੇ ਮੈਂਬਰ ਬਣਾਇਆ। ਭਿੰਡਰਾਂਵਾਲੇ ਦੀ ਪ੍ਰਸਿੱਧੀ ਫੈਲਣ ਲੱਗੀ। ਉਸਦਾ ਕੱਦ ਲੰਬਾ, ਸਰੀਰ ਗਠਵਾਂ, ਨੱਕ ਲੰਬਾ, ਅੱਖਾਂ ਡੂੰਘੀਆਂ ਤੇ ਕੁਝ ਢੂੰਡਦੀਆਂ ਸੰਦੇਹ-ਗ੍ਰਸਤ ਸਨ। ਉਸਦੀ ਲੰਮੀ ਦਾੜ੍ਹੀ ਉਸਦੀ ਧੁਨੀ ਤੱਕ ਜਾਂਦੀ ਸੀ ਤੇ ਉਸਦੀ ਛਾਤੀ 'ਤੇ ਗੋਲੀਆਂ ਨਾਲ ਭਰੀ ਤੇ ਲਟਕਦੀ ਪੇਟੀ ਤੇ ਆਪਣੇ ਕੂਲਿਆਂ ਕੋਲ ਲਮਕਦੇ ਦੋਹੇਂ ਪਾਸੀਂ ਪਸਤੌਲਾਂ ਨਾਲ ਹੋਰ ਵੀ ਪ੍ਰਭਾਵਸ਼ਾਲੀ ਹੋ ਜਾਂਦੀ। ਆਪਣੇ ਹੱਥ ਵਿੱਚ ਉਹ ਚਾਂਦੀ ਦਾ ਤੀਰ ਗੁਰੂ ਗੋਬਿੰਦ ਸਿੰਘ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਅੰਦਾਜ਼ ਵਿੱਚ ਰੱਖਦਾ। ਉਹ ਸਿੱਖਾਂ ਨੂੰ ਬੜੇ ਜ਼ੋਰਦਾਰ ਢੰਗ ਨਾਲ ਸ਼ਸਤਰਧਾਰੀ ਹੋਣ ਦੀ ਨਸੀਹਤ ਕਰਦਾ, ਜਿਸਦਾ ਭਾਵ ਇਹ ਸੀ ਕਿ ਉਹ ਪਰੰਪਰਾਗਤ ਕਿਰਪਾਨ ਦੇ ਨਾਲ-ਨਾਲ ਪਿਸਤੌਲ, ਰਿਵਾਲਵਰ ਤੇ ਰਫਲਾਂ ਵੀ ਰੱਖਣ ਤੇ ਘੋੜਿਆਂ ਦੀ ਅਸਵਾਰੀ ਕਰਨ ਦੀ ਥਾਂ, ਜਿਵੇਂ ਉਹਨਾਂ ਦੇ ਪੂਰਵਜ ਕਰਦੇ ਸਨ, ਉਹ ਮੋਟਰਸਾਈਕਲਾਂ ਦੀ ਅਸਵਾਰੀ ਕਰਨ। ਉਹ ਕੋਈ ਵੱਡਾ ਵਕਤਾ ਤਾਂ ਨਹੀਂ ਸੀ, ਪਰ ਉਸ ਦੀ ਅੱਖੜ ਤੇ ਪੇਂਡੂ ਬੋਲੀ ਹਿੰਦੂਆਂ ਪ੍ਰਤੀ ਅਪਮਾਨਜਨਕ ਤੇ ਨਿਰਾਦਰੀ ਭਰਪੂਰ ਹਵਾਲਿਆਂ ਨਾਲ ਭਰੀ ਹੁੰਦੀ ਸੀ, ਜਿਨ੍ਹਾਂ ਨੂੰ ਉਹ ਧੋਤੀਆਂ ਵਾਲੇ ਤੇ ਟੋਪੀਆਂ ਵਾਲੇ ਆਖਦਾ। ਤੇ ਉਸ ਦਾ ਸ਼੍ਰੀਮਤੀ ਗਾਂਧੀ ਨੂੰ ਬ੍ਰਾਹਮਣੀ ਤੇ ਪੰਡਤਾਂ ਦੀ ਧੀ ਕਹਿਣਾ ਉਸਦੇ ਸਰੋਤਿਆਂ ਨੂੰ ਬਹੁਤ ਚੰਗਾ ਲੱਗਦਾ। ਉਹ ਪੱਤਰਕਾਰਾਂ ਲਈ ਵਧੀਆ ਮਸਾਲਾ ਸੀ। ਉਸਦੀ ਪ੍ਰਸਿੱਧੀ ਇੱਕ ਤੁਰਸਭਾਸ਼ੀ ਸੰਤ ਸਿਪਾਹੀ ਵਜੋਂ ਹੋਈ। ਸਿੱਖ ਮੂਲਵਾਦ ਦੀ, ਜਿਸਦਾ ਭਿੰਡਰਾਂਵਾਲਾ ਇੱਕ ਮਸੀਹਾ ਬਣ ਕੇ ਉਭਰਿਆ, ਦੂਸਰੇ ਧਰਮਾਂ ਦੀਆਂ ਅਜਿਹੀਆਂ ਲਹਿਰਾਂ ਨਾਲ ਕਾਫੀ ਸਾਂਝ ਸੀ। ਦੂਸਰੀਆਂ ਥਾਵਾਂ ਵਾਂਗ ਪੰਜਾਬ ਵਿੱਚ ਵੀ 1960ਵਿਆਂ ਤੇ 1970ਵਿਆਂ ਵਿੱਚ ਅਨਿਸ਼ਚਿਤ ਭਵਿੱਖ ਦਾ ਖਤਰਾ ਪੇਂਡੂ ਸਿੱਖ ਵਰਗਾਂ ਦੇ ਇੱਕ ਆਧਾਰ ਰਹਿਤ ਵਰਗ ਦੇ ਇੱਕ ਹਿੱਸੇ ਨੂੰ ਘੁਣ ਵਾਂਗ ਖਾ ਰਿਹਾ ਸੀ, ਜਿਸਦਾ ਕੋਈ ਵੀ ਨਿਆਂਯੁਕਤ ਇਲਾਜ ਨਹੀਂ ਜਾਪਦਾ ਸੀ। ਇਸ ਤੂਫਾਨੀ ਸਮੁੰਦਰ ਦੇ ਜਵਾਰ ਭਾਟੇ ਵਿੱਚ ਤੇ ਟਕਰਾਉਂਦੀਆਂ ਲਹਿਰਾਂ ਵਿੱਚ ਭਿੰਡਰਾਂਵਾਲਾ ਇੱਕ ਚਾਨਣ ਮੁਹਾਰੇ ਵਾਂਗ ਸੀ, ਜੋ ਧਰਮ ਤੇ ਵਿਸ਼ਵਾਸ ਦੀ ਮਜ਼ਬੂਤ ਚਟਾਨ 'ਤੇ ਉਸਰਿਆ ਹੋਣ ਕਰਕੇ ਵੱਧ ਰਹੇ ਅੰਧਕਾਰ ਨੂੰ ਚੀਰਦੀਆਂ ਹੋਈਆਂ ਚਾਨਣ ਦੀਆਂ ਰਿਸ਼ਮਾਂ ਬਖੇਰ ਰਿਹਾ ਸੀ। ਉਸਨੂੰ ਧਰਮ ਸ਼ਾਸਤਰਾਂ ਦੇ ਸੂਖਮ ਤੇ ਰਹੱਸਮਈ ਪਹਿਲੂਆਂ ਤੇ ਗੋਝਾਂ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਤੇ ਨਾ ਹੀ ਕੋਈ ਚਿੰਤਾ ਸੀ। ਉਸਨੇ ਤਾਂ ਸਾਫ਼-ਸਾਫ਼ ਆਪਣੀ ਇੱਕ ਸੂਚੀ ਬਣਾਈ ਹੋਈ ਸੀ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਉਹ ਪਵਿੱਤਰ ਗ੍ਰੰਥਾਂ ਵਿੱਚੋਂ ਉਹ ਪੰਕਤੀਆਂ ਲੈਂਦਾ ਜੋ ਉਹਦੇ ਲਈ ਢੁਕਵੀਆਂ ਸਨ ਤੇ ਦੂਸਰੀਆਂ ਨੂੰ ਜਾਂ ਤਾਂ ਅਣਗੌਲਿਆ ਛੱਡ ਦਿੰਦਾ ਜਾਂ ਆਪਣੀ ਮਰਜ਼ੀ ਦੇ ਤੋੜ-ਮਰੋੜ ਕੇ ਅਰਥ ਕੱਢਦਾ ਤੇ ਵਿਆਖਿਆ ਕਰਦਾ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਨਫ਼ਰਤ ਪ੍ਰੇਮ ਪਿਆਰ ਦੇ ਮੁਕਾਬਲੇ ਵਧੇਰੇ ਤਾਕਤਵਰ ਜਜ਼ਬਾ ਹੈ। ਉਸ ਦੀ ਨਫ਼ਰਤ ਦੀ ਸੂਚੀ ਵਧੇਰੇ ਸਪਸ਼ਟ ਤੇ ਨਿਡਰਤਾ ਨਾਲ ਬਣਾਈ ਹੋਈ ਸੀ। ਉਸ ਦੀ ਸਭ ਤੋਂ ਅਧਿਕ ਨਫ਼ਰਤ ਉਹਨਾਂ ਪਤਿਤ ਪ੍ਰਤੀ ਸੀ ਜੋ ਖਾਲਸਾਈ ਚਿੰਨ੍ਹ ਦੀ ਕੇਸ ਦਾੜ੍ਹੀ ਕਟਵਾ ਕੇ ਬੇਅਦਬੀ ਕਰਦੇ ਸਨ, ਤੰਬਾਕੂ, ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਸਨ। ਪਰੰਤੂ ਇਹਨਾਂ ਪਤੀਤਾਂ ਦਾ ਬਚਾਅ ਹੋ ਸਕਦਾ ਸੀ ਜਾਂ ਉਹਨਾਂ ਨੂੰ ਬਖਸ਼ਿਆ ਜਾ ਸਕਦਾ ਸੀ ਜੋ ਸੁਧਾਰਨ ਲਈ ਸਹਿਮਤ ਹੋ ਜਾਂਦੇ ਸਨ ਤੇ ਅੰਮ੍ਰਿਤ ਛਕ ਲੈਂਦੇ ਸਨ। ਉਹਦੀ ਸੂਚੀ 'ਤੇ ਅਗਲਾ ਨੰਬਰ ਸੰਤ ਨਿਰੰਕਾਰੀਆਂ ਦਾ ਆਉਂਦਾ ਸੀ, ਜਿਨ੍ਹਾਂ ਦੇ ਕਾਫੀ ਗਿਣਤੀ ਵਿੱਚ ਸਿੱਖ ਪੈਰੋਕਾਰ ਸਨ। ਉਹਨਾਂ ਨੇ ਇੱਕ ਮਨੁੱਖ ਨੂੰ ਗੁਰੂ ਮੰਨਣ ਦਾ ਬੱਜਰ ਪਾਪ ਕੀਤਾ ਹੋਇਆ ਸੀ, ਜਦੋਂ ਕਿ ਸਿੱਖ ਧਰਮ ਵਿੱਚ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਮਾਨਵ ਨੂੰ ਗੁਰੂ ਸਵੀਕਾਰਨਾ
ਧਰਮ ਦੇ ਮੂਲ ਸਿਧਾਂਤਾਂ ਵਿਰੁੱਧ ਹੈ। ਸੰਤ ਨਿਰੰਕਾਰੀਆਂ ਨੇ ਆਪਣੀ ਧਰਮ ਪੁਸਤਕਾਂ ਯੁੱਗ ਪੁਰਸ਼ ਤੇ ਅਵਤਾਰ ਬਾਣੀ ਤਿਆਰ ਕੀਤੀਆਂ ਹੋਈਆਂ ਸਨ। ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ ਜਾਂ ਬਖਸ਼ਿਆ ਨਹੀਂ ਜਾ ਸਕਦਾ ਸੀ ਤੇ ਉਹਨਾਂ ਨੂੰ ਮਾਰ ਮੁਕਾਉਣਾ ਹੀ ਜ਼ਰੂਰੀ ਸੀ। ਆਖਰ ਤੇ ਹਿੰਦੂਆਂ ਦੀ ਵਾਰੀ ਆਉਂਦੀ ਸੀ ਜੋ ਕਿ ਅਤਿਅੰਤ ਦੁਖਦਾਈ ਹੱਦ ਤੱਕ ਸਿੱਖ ਧਰਮ ਦੇ ਨੇੜੇ ਵੀ ਸਨ ਤੇ ਗਿਣਤੀ ਪੱਖੋਂ ਵੀ ਇਤਨੇ ਜ਼ਿਆਦਾ ਸਨ ਕਿ ਉਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸੀ। ਉਹਨਾਂ ਨਾਲ ਨਜਿੱਠਣ ਦਾ ਇੱਕੋ ਇੱਕ ਰਸਤਾ ਇਹ ਸੀ ਕਿ ਉਹਨਾਂ ਨੂੰ ਬੁਜ਼ਦਿਲ, ਜਨਾਨੜੇ, ਵਿਲਾਸੀ, ਅਸੈਨਿਕ ਤੇ ਘਟੀਆ ਨਸਲ ਦੇ ਅਤੇ ਬਿਨਾਂ ਕਿਸੇ ਅਸੂਲ ਕਾਨੂੰਨ ਦੇ ਕਹਿ ਕੇ ਉਹਨਾਂ ਨਾਲ ਨਫ਼ਰਤ ਕੀਤੀ ਜਾਵੇ। ਕੀ ਗੁਰੂ ਗੋਬਿੰਦ ਸਿੰਘ ਨੇ ਇਹ ਐਲਾਨ ਨਹੀਂ ਕੀਤਾ ਸੀ ਕਿ ਇੱਕ ਸਿੱਖ 1.25 ਲੱਖ ਬਰਾਬਰ ਹੈ ਤੇ ਇੱਕ ਆਦਮੀ ਵੀ ਫੌਜ ਹੁੰਦਾ ਹੈ? ਭਿੰਡਰਾਂਵਾਲੇ ਨੇ ਕਿਹਾ, ਇੱਕ ਸਿੱਖ ਤਾਂ ਬੜੀ ਆਸਾਨੀ ਨਾਲ 35 ਹਿੰਦੂਆਂ ਦਾ ਟਾਕਰਾ ਕਰ ਸਕਦਾ ਹੈ। ਇਹ ਤਾਂ ਇੱਕ ਨੂੰ 100 ਤਾਂ ਕੀ 35 ਹੀ ਆਉਂਦੇ ਹਨ। 36 ਕਰੋੜ ਨੂੰ ਵੰਡੀਏ ਤਾਂ ਇੱਕ ਸਿੱਖ ਨੂੰ 35 ਹਿੰਦੂ ਹੀ ਆਉਂਦੇ ਹਨ, 36 ਵੀ ਨਹੀਂ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਕਮਜ਼ੋਰ ਹੋ? ਲੇਖਕ ਕੋਲ ਉਸ ਦੇ ਭਾਸ਼ਣ ਵਾਲੀ ਟੇਪ ਹੈ। ਭਿੰਡਰਾਂਵਾਲੇ ਅਨੁਸਾਰ ਆਧੁਨਿਕਤਾ ਇੱਕ ਬੁਰਾਈ ਹੈ। ਸਿੱਖਾਂ ਨੂੰ ਹਰ ਹਾਲਤ ਵਿੱਚ ਆਪਣੇ ਜੰਗਜੂ ਪੁਰਖਿਆਂ ਤੇ ਵੱਡ ਵਡੇਰਿਆਂ ਵਾਂਗ ਸਾਦਾ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਉਹਨਾਂ ਦੀ ਦਿੱਖ ਵੀ ਉਹਨਾਂ ਵਾਂਗ ਹੀ ਹੋਣੀ ਚਾਹੀਦੀ ਹੈ। ਉਹਨਾਂ ਦੇ ਦਾੜੇ ਪ੍ਰਕਾਸ਼ ਕੀਤੇ ਜਾਣੇ ਚਾਹੀਦੇ ਹਨ ਤੇ ਉਹਨਾਂ ਨੂੰ ਬੰਨ੍ਹ ਕੇ ਠੋਡੀ ਹੇਠ ਤੁੰਨਿਆ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਲੰਮੇ ਕਮੀਜ਼ ਪਾਉਣੇ ਚਾਹੀਦੇ ਹਨ। ਉਹਨਾਂ ਨੂੰ ਗੋਡਿਆਂ ਤੋਂ ਹੇਠਾਂ ਤੱਕ ਲੰਮੇ ਕਛਹਿਰੇ ਪਹਿਨਣੇ ਚਾਹੀਦੇ ਹਨ। ਸਿੱਖ ਇਸਤਰੀਆਂ ਨੂੰ ਵੀ ਹਿੰਦੂ ਇਸਤਰੀਆਂ ਵਾਂਗ ਸਾੜੀਆਂ ਨਹੀਂ ਪਹਿਨਣੀਆਂ ਚਾਹੀਦੀਆਂ। ਉਹਨਾਂ ਨੂੰ ਆਪਣੇ ਮੱਥੇ 'ਤੇ ਬਿੰਦੀਆਂ ਵੀ ਨਹੀਂ ਲਾਉਣੀਆਂ ਚਾਹੀਦੀਆਂ। ਉਹਨਾਂ ਨੂੰ ਸਲਵਾਰ ਕਮੀਜ਼ ਪਹਿਨਣੀਆਂ ਚਾਹੀਦੀਆਂ ਹਨ। ਉਸਦਾ ਨਵਾਂ ਖਾਲਸਾ ਸਾਬਤ ਸੂਰਤ, ਗੁਰੂ ਸਿੱਖ ਤੇ ਬਾਕੀ ਸਾਰੇ ਲੋਕ ਬਦੀਨੇ ਹਨ ਤੇ ਉਹਨਾਂ ਨੂੰ ਰੱਬ ਦੀ ਮਾਰ ਪਵੇ। ਉਹਦਾ ਨਵ ਨਿਰਮਿਤ ਖਾਲਸਾ ਗੁਰੂ ਜੀ ਦੀ ਤੂਫਾਨੀ ਫੌਜ ਹੋਵੇਗੀ ਜੋ ਆਪਣੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਕੀੜਿਆਂ ਵਾਂਗ ਮਸਲ ਦੇਵੇਗੀ। ਇਹ ਸਿਰ ਚੜ੍ਹਨ ਵਾਲਾ ਨਸ਼ਾ ਸੀ ਜੋ ਸਧਾਰਨ ਜੱਟ ਕਿਸਾਨਾਂ ਨੂੰ ਭਿੰਡਰਾਂਵਾਲਾ ਪਿਲਾਇਆ ਕਰਦਾ ਸੀ। ਜਦੋਂ ਸਿਆਸਤਦਾਨਾਂ ਨੇ ਵੇਖਿਆ ਕਿ ਭਿੰਡਰਾਂਵਾਲੇ ਦੀ ਬਹੁਤ ਪ੍ਰਸਿੱਧੀ ਹੋ ਗਈ ਹੈ ਤਾਂ ਉਹਨਾਂ ਨੇ ਉਸ ਵੱਲ ਵਧੇਰੇ ਹੀ ਧਿਆਨ ਦੇ ਕੇ ਖੁਸ਼ਾਮਦ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਸ ਪੇਂਡੂ ਧਾਰਮਿਕ ਪ੍ਰਚਾਰਕ ਵਿੱਚ ਇਤਨਾ ਹੰਕਾਰ ਭਰ ਗਿਆ ਕਿ ਉਹ ਬਹੁਤ ਹੀ ਆਕੜ ਗਿਆ ਤੇ ਅੱਖਾਂ ਵਿਖਾਉਣ ਲੱਗਾ ਤੇ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਅਜਿੱਤ ਹੈ, ਉਸ ਨੂੰ ਕੋਈ ਵੀ ਹਰਾ ਨਹੀਂ ਸਕਦਾ। ਦਲਗਤ ਰਾਜਨੀਤੀ ਵਿੱਚ ਇੱਕ ਮੋਹਰੇ ਵਜੋਂ ਉਸ ਨੂੰ ਸੰਭਾਵੀ ਸ਼ਕਤੀ ਦੇ ਤੌਰ 'ਤੇ ਵਰਤੋਂ ਕਰਨ ਦਾ ਸਭ ਤੋਂ ਪਹਿਲਾ ਵਿਚਾਰ ਗਿਆਨੀ ਜੈਲ ਸਿੰਘ, ਉਹਦੇ ਮੁੱਖ ਵਿਰੋਧੀ ਦਰਬਾਰਾ ਸਿੰਘ ਤੇ ਉਹਨਾਂ ਰਾਹੀਂ ਸ਼੍ਰੀਮਤੀ ਗਾਂਧੀ ਦੇ ਆਕਾਂਖਿਆ ਭਰਪੂਰ ਪੁੱਤਰ ਸੰਜੇ ਗਾਂਧੀ ਨੂੰ ਆਇਆ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਜਨਤਾ ਸਰਕਾਰ ਨੇ ਜੈਲ ਸਿੰਘ ਦੇ ਕਾਰਜਕਾਲ ਵਿੱਚ ਸ਼ਕਤੀ ਦੀ ਦੁਰਵਰਤੋਂ ਕਾਰਨ ਪੜਤਾਲੀਆ ਕਮਿਸ਼ਨ ਬਣਾਇਆ ਹੋਇਆ ਸੀ। ਪ੍ਰਦੇਸ਼ਕ ਕਾਂਗਰਸ ਕਮੇਟੀ ਦਾ ਪ੍ਰਧਾਨ ਹੁੰਦਿਆਂ ਉਸ ਨੇ ਵੀ ਇਹ ਨਿਸ਼ਾਨਾ ਮਿੱਥ ਲਿਆ ਸੀ ਕਿ ਉਹ ਅਕਾਲੀਆਂ ਨੂੰ ਗੱਦੀਓਂ ਲਾਹ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਉਸ ਦੀ ਸ਼ਕਤੀ ਕਮਜ਼ੋਰ ਕਰਕੇ ਕਮਿਸ਼ਨ ਦੀ ਖੋਜ ਪੜਤਾਲ ਨੂੰ ਬੇਅਸਰ ਕਰ ਦੇਵੇਗਾ। ਦਰਬਾਰ ਸਿੰਘ ਤੇ ਜੈਲ ਸਿੰਘ ਦੋਹਾਂ ਨੇ ਹੀ ਭਿੰਡਰਾਂਵਾਲੇ ਦੀ ਚਾਪਲੂਸੀ ਕੀਤੀ ਤੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 1999 ਦੀਆਂ ਚੋਣਾਂ ਵਿੱਚ ਅਕਾਲੀਆਂ ਵਿਰੁੱਧ ਅਮਰੀਕ ਸਿੰਘ ਸਮੇਤ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਪ੍ਰੇਰਿਆ ਤੇ ਉਤਸ਼ਾਹਿਤ ਕੀਤਾ। ਭਿੰਡਰਾਂਵਾਲੇ ਵੱਲੋਂ ਖੜ੍ਹੇ ਕੀਤੇ 40 ਉਮੀਦਵਾਰਾਂ 'ਚੋਂ ਸਿਰਫ 4 ਹੀ ਜਿੱਤੇ, ਬਾਕੀ ਸਭ ਹਾਰ ਗਏ। ਇਸ ਤੋਂ ਸਾਫ਼ ਜ਼ਾਹਿਰ ਸੀ ਕਿ ਉਹ ਇੱਕ ਪ੍ਰਚਾਰਕ ਵਜੋਂ ਭਾਵੇਂ ਕਿਤਨਾ ਹੀ ਮਸ਼ਹੂਰ ਸੀ, ਸਿੱਖ ਰਾਜਨੀਤੀ ਵਿੱਚ ਉਹਦੀ ਬਹੁਤੀ ਪੁੱਛ-ਗਿੱਛ ਨਹੀਂ ਸੀ, ਪਰੰਤੂ ਉਸ ਦੀ ਰਾਜਸੀ ਸ਼ਕਤੀ ਨੂੰ ਕਾਂਗਰਸ ਤੇ ਅਕਾਲੀ ਧੜਿਆਂ ਨੇ ਤਾੜ ਲਿਆ ਸੀ। ਇਹਨਾਂ ਤਾਕਤਵਰ ਸਿਆਸੀ ਧਿਰਾਂ ਵੱਲੋਂ ਉਸ ਨੂੰ ਆਪਣੇ ਵੱਲ ਖਿੱਚਣ ਤੇ ਮੁਕਾਬਲੇ ਵਿੱਚ ਬਦ ਕੇ ਆਉਣ ਵਿੱਚ ਭਿੰਡਰਾਂਵਾਲੇ ਨੂੰ ਕੀ ਘਾਟਾ ਸੀ।
ਕੁਲਦੀਪ ਨਗਰ ਅਨੁਸਾਰ ਸ਼੍ਰੀਮਤੀ ਗਾਂਧੀ ਦਾ ਛੋਟਾ ਪੁੱਤਰ ਸੰਜੇ ਗਾਂਧੀ ਨੇ, ਜੋ ਸਿਆਸੀ ਜੋੜ-ਤੋੜ ਵਿੱਚ ਬਹੁਤ ਸਰਗਰਮੀ ਨਾਲ ਲੱਗਾ ਹੋਇਆ ਸੀ, ਅਕਾਲੀਆਂ ਵਿਰੁੱਧ ਤਿਆਰ ਕਰਨ ਲਈ ਜੈਲ ਸਿੰਘ ਵੱਲੋਂ ਸੁਝਾਏ ਗਏ 2 ਸੰਤਾਂ ਦੇ ਨਾਵਾਂ 'ਚ ਵਧੇਰੇ ਲੜਾਕੇ ਭਿੰਡਰਾਂਵਾਲੇ ਦੀ ਚੋਣ ਲਈ ਸਹਿਮਤੀ ਦਿੱਤੀ ਸੀ। ਦੂਸਰਾ ਉਸਨੂੰ ਕੋਈ ਹੌਸਲੇ ਵਾਲਾ ਨਹੀਂ ਜਾਪਿਆ। ਸੰਜੇ ਗਾਂਧੀ ਦੇ ਮਿੱਤਰ ਕਮਲ ਨਾਥ, ਮੈਂਬਰ ਪਾਰਲੀਮੈਂਟ ਨੇ ਨਈਅਰ ਨੂੰ ਦੱਸਿਆ, ਅਸੀਂ ਭਿੰਡਰਾਂਵਾਲੇ ਨੂੰ ਕਦੇ-ਕਦੇ ਰੁਪਏ ਭੇਜ ਦਿੰਦੇ। ਭਿੰਡਰਾਂਵਾਲੇ ਨੇ ਹੀ ਗੁਰਦਿਆਲ ਸਿੰਘ ਢਿੱਲੋਂ, R.L. ਭਾਟੀਆ ਤੇ ਸ਼੍ਰੀਮਤੀ ਭਿੰਡਰ ਜਿਹੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਵਿੱਚ ਸਹਾਇਤਾ ਕੀਤੀ। 13 ਅਪ੍ਰੈਲ 1978 ਤੱਕ ਭਿੰਡਰਾਂਵਾਲੇ ਦਾ ਨਾਂ ਪੰਜਾਬ ਤੋਂ ਬਾਹਰ ਕੋਈ ਨਹੀਂ ਜਾਣਦਾ ਸੀ। ਉਸ ਦਿਨ ਤੋਂ ਲੈ ਕੇ 6 ਸਾਲ ਮਗਰੋਂ ਜੂਨ 1984 ਵਿੱਚ ਉਹਦੀ ਮੌਤ ਵੇਲੇ ਦਿਨ ਤੱਕ ਉਹਦਾ ਨਾਮ ਰਾਸ਼ਟਰੀ ਅਖਬਾਰਾਂ ਦੇ ਮੁੱਖ ਪੰਨਿਆਂ 'ਤੇ ਛਾਇਆ ਰਿਹਾ। ਉਸ ਨੇ ਬਾਗੀ ਸੰਤ ਨਿਰੰਕਾਰ ਉਪਮੱਤ ਵਿਰੁੱਧ, ਜੋ ਬਾਬਾ ਗੁਰਬਚਨ ਸਿੰਘ ਦੀ ਗੁਰਗੱਦੀ ਦੇ ਅਧਿਕਾਰ ਹੇਠ ਸੀ, ਨਿਖੇਧੀ ਤੇ ਭੰਡੀ ਪ੍ਰਚਾਰ ਦਾ ਐਲਾਨ ਕਰ ਦਿੱਤਾ ਹੋਇਆ ਸੀ। ਇਹ ਉਪਮੱਤ ਬੂਟਾ ਸਿੰਘ ਦੀ ਅਗਵਾਈ ਵਿੱਚ ਮੁੱਖ ਸੰਸਥਾ ਵਿੱਚੋਂ ਵੱਧ ਕੇ ਸੰਤ ਨਿਰੰਕਾਰੀ ਕਹਾਉਣ ਲੱਗ ਪਿਆ। ਉਹਨਾਂ ਦੇ ਮੁੱਖ ਸੰਸਥਾ ਨਾਲੋਂ ਜ਼ਿਆਦਾ ਪੈਰੋਕਾਰ ਹੋ ਗਏ। ਬੂਟਾ ਸਿੰਘ ਦਾ ਉੱਤਰਾਧਿਕਾਰੀ ਅਵਤਾਰ ਸਿੰਘ ਬਣਿਆ। 1963 ਵਿੱਚ ਅਵਤਾਰ ਸਿੰਘ ਦੀ ਮੌਤ ਪਿੱਛੋਂ ਉਹਦਾ ਲੜਕਾ ਗੁਰਬਚਨ ਸਿੰਘ ਗੁਰੂ ਬਣ ਬੈਠਾ। 1984 ਵਿੱਚ ਉਹਦੇ ਕਤਲ ਹੋ ਜਾਣ ਪਿੱਛੋਂ ਹਰਦੇਵ ਸਿੰਘ ਮੱਤ ਦਾ ਮੁਖੀ ਬਣਿਆ। 10 ਜੂਨ 1978 ਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਰਾਹੀਂ ਸੰਤ ਨਿਰੰਕਾਰੀਆਂ ਨੂੰ ਸਿੱਖ ਧਰਮ ਵਿੱਚੋਂ ਛੇਕ ਦਿੱਤਾ ਗਿਆ। ਸਰਕਾਰ ਉੱਪਰ ਯੁੱਗ ਪੁਰਸ਼ ਤੇ ਅਵਤਾਰ ਬਾਣੀ ਉੱਪਰ ਪਾਬੰਦੀ ਲਾਉਣ ਦੀਆਂ ਬੇਨਤੀਆਂ ਦਾ ਕੋਈ ਅਸਰ ਨਾ ਹੋਇਆ। ਭਿੰਡਰਾਂਵਾਲੇ ਨੇ ਫਿਰ ਨਿਰੰਕਾਰੀਆਂ ਨੂੰ ਖਤਮ ਕਰਨ ਦਾ ਬੀੜਾ ਉਠਾ ਲਿਆ। ਜਦੋਂ ਨਿਰੰਕਾਰੀਆਂ ਨੇ ਐਲਾਨ ਕੀਤਾ ਹੋਇਆ ਕਿ ਪੰਜਾਬ ਦੇ ਨਵੇਂ ਸਾਲ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਆਪਣੀ ਵਾਰਸ਼ਿਕ ਸਮਾਗਮ ਕਰਨਗੇ, ਤਾਂ ਭਿੰਡਰਾਂਵਾਲੇ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਉਹਨਾਂ ਨੂੰ ਅਜਿਹਾ ਨਹੀਂ ਕਰਨ ਦੇਵੇਗਾ। ਬਾਦਲ ਅਧੀਨ ਅਕਾਲੀ ਜਨਤਾ ਸਰਕਾਰ ਨੇ ਤਾਂ ਸੰਤ ਨਿਰੰਕਾਰੀਆਂ ਨੂੰ ਸਮਾਗਮ ਕਰਨ ਤੋਂ ਨਾ ਤਾਂ ਮਨ੍ਹਾ ਕੀਤਾ ਤੇ ਨਾ ਹੀ ਭਿੰਡਰਾਂਵਾਲੇ ਨੂੰ ਸਮਾਗਮ ਵਿੱਚ ਖਲਲ ਪਾਉਣ ਤੋਂ ਰੋਕਣ ਲਈ ਕੋਈ ਪੇਸ਼ਬੰਦੀ ਕੀਤੀ, ਭਾਵ ਪਹਿਲਾਂ ਕੋਈ ਕਦਮ ਨਾ ਉਠਾਇਆ। ਅਖੰਡ ਕੀਰਤਨੀ ਜਥੇ ਤੇ ਭਿੰਡਰਾਂਵਾਲਿਆਂ ਦੇ ਪੈਰੋਕਾਰਾਂ ਦੇ ਜਥੇ ਨੂੰ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘ ਕੇ ਸੰਤ ਨਿਰੰਕਾਰੀਆਂ ਦੇ ਸਮਾਗਮ ਵਾਲੇ ਸਥਾਨ 'ਤੇ ਜਾਣ ਦੀ ਆਗਿਆ ਦਿੱਤੀ ਗਈ। ਸੰਤ ਨਿਰੰਕਾਰੀ ਪਹਿਲਾਂ ਹੀ ਝਗੜੇ ਲਈ ਤਿਆਰ ਸਨ। ਜੋ ਝਪਟ ਸ਼ੁਰੂ ਹੋਈ, ਉਸ ਵਿੱਚ 17 ਆਦਮੀ, ਜੋ ਬਹੁਤ ਕਰਕੇ ਫੌਜਾ ਸਿੰਘ ਸਮੇਤ ਅਖੰਡ ਕੀਰਤਨੀ ਜਥੇ ਦੇ ਹੀ ਸਨ, ਮਾਰੇ ਗਏ। ਭਿੰਡਰਾਂਵਾਲਾ ਦਰਬਾਰ ਸਾਹਿਬ ਵਿੱਚ ਹੀ ਰਹਿ ਗਿਆ। ਫੌਜਾ ਸਿੰਘ ਦੀ ਵਿਧਵਾ ਅਮਰਜੀਤ ਕੌਰ ਨੇ ਭਿੰਡਰਾਂਵਾਲੇ 'ਤੇ ਦੋਸ਼ ਲਾਇਆ ਤੇ ਉਸ ਨੂੰ ਕਾਇਰ ਕਿਹਾ, ਪਰੰਤੂ ਪੁਲਿਸ ਨੇ ਉਹਦਾ ਨਾਮ ਉਹਨਾਂ ਵਿਅਕਤੀਆਂ ਵਿੱਚ ਦਰਜ ਕਰ ਲਿਆ ਜਿਨ੍ਹਾਂ ਉੱਪਰ ਝਗੜੇ ਨੂੰ ਭੜਕਾਉਣ ਦਾ ਸ਼ੱਕ ਸੀ। ਜਿਹੜਾ ਮੁਕੱਦਮਾ ਚੱਲਿਆ, ਉਸ ਵਿੱਚ ਸਾਰੇ ਨਿਰੰਕਾਰੀ ਇਸ ਆਧਾਰ 'ਤੇ ਬਰੀ ਕਰ ਦਿੱਤੇ ਗਏ ਕਿ ਉਹਨਾਂ ਨੇ ਸਵੈ ਰੱਖਿਆ ਲਈ ਕਾਰਵਾਈ ਕੀਤੀ ਸੀ। ਭਿੰਡਰਾਂਵਾਲੇ ਨੇ ਖੁੱਲ੍ਹਮ-ਖੁੱਲ੍ਹਾ ਹਿੰਸਕ ਕਾਰਵਾਈਆਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। 24 ਅਪ੍ਰੈਲ 1980 ਨੂੰ ਬਾਬਾ ਗੁਰਬਚਨ ਸਿੰਘ ਨਿਰੰਕਾਰੀ ਤੇ ਉਹਦਾ ਅੰਗ ਰੱਖਿਅਕ ਉਹਨਾਂ ਦੇ ਹੈੱਡਕੁਆਰਟਰਾਂ ਦਿੱਲੀ ਵਿੱਚ ਗੋਲੀ ਨਾਲ ਉਡਾ ਦਿੱਤੇ ਗਏ। ਕਾਤਲ ਬਚ ਕੇ ਨਿਕਲ ਗਏ। CBI ਨੇ ਰਪਟ ਵਿੱਚ 20 ਆਦਮੀਆਂ ਦੇ ਨਾਮ ਲਿਖਵਾਏ, ਜਿਸ ਵਿੱਚ ਬਹੁਤੇ ਭਿੰਡਰਾਂਵਾਲੇ ਦੇ ਚੇਲੇ ਸਨ ਤੇ ਭਿੰਡਰਾਂਵਾਲੇ ਉੱਪਰ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਗਿਆ। ਗਿਆਨੀ ਜੈਲ ਸਿੰਘ, ਜੋ ਉਸ ਸਮੇਂ ਗ੍ਰਹਿ ਮੰਤਰੀ ਸੀ, ਉਸ ਨੇ ਪੁਲਿਸ ਵਾਲੇ ਭਿੰਡਰਾਂਵਾਲੇ ਦੀ ਸ਼ਮੂਲੀਅਤ ਦੀ ਕਹਾਣੀ ਨੂੰ ਰੱਦ ਕਰ ਦਿੱਤਾ। ਦਰਬਾਰਾ ਸਿੰਘ, ਜੋ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਸੀ, ਉਸ ਨੇ ਵੀ ਭਿੰਡਰਾਂਵਾਲੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਨਾ ਸਮਝੀ। 1 ਸਾਲ ਮਗਰੋਂ 9 ਸਤੰਬਰ 1981 ਨੂੰ ਹਿੰਦ ਸਮਾਚਾਰ ਅਖਬਾਰ ਸਮੂਹ ਸਮੇਤ ਪੰਜਾਬੀ ਵਿੱਚ ਛਪਦੇ ਜਗਬਾਣੀ ਮਾਲਕ ਲਾਲਾ ਜਗਤ ਨਾਰਾਇਣ ਨੂੰ GT ਰੋਡ 'ਤੇ ਗੋਲੀਆਂ ਨਾਲ ਉਡਾ ਦਿੱਤਾ ਗਿਆ। ਪੰਜਾਬੀ ਕਾਂਗਰਸ ਪਾਰਟੀ ਦਾ ਸੈਕਟਰੀ ਹੁੰਦਿਆਂ ਹੋਇਆਂ ਉਸ ਨੇ ਪੰਜਾਬੀ
ਹਿੰਦੂਆਂ ਨੂੰ ਪ੍ਰੇਰਿਆ ਸੀ ਕਿ ਉਹ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਲਿਖਵਾਉਣ। ਉਸਨੇ ਸੰਤ ਨਿਰੰਕਾਰੀਆਂ ਦੇ ਹੱਕ ਵਿੱਚ ਲਿਖਿਆ ਸੀ ਤੇ ਭਿੰਡਰਾਂਵਾਲੇ ਨਾਲ ਨਿਪਟਣ ਵਿੱਚ ਬੁਜ਼ਦਿਲੀ ਵਿਖਾਉਣ ਲਈ ਅਕਾਲੀਆਂ ਤੇ ਕਾਂਗਰਸ ਸਰਕਾਰ ਦੀ ਆਲੋਚਨਾ ਕੀਤੀ ਸੀ। FIR ਵਿੱਚ ਸ਼ੱਕੀਆਂ ਦੀ ਸੂਚੀ ਵਿੱਚ ਭਿੰਡਰਾਂਵਾਲੇ ਦਾ ਨਾਮ ਵੀ ਸ਼ਾਮਿਲ ਸੀ। ਉਸਨੂੰ ਗ੍ਰਿਫਤਾਰ ਕਰਨ ਦੀ ਥਾਂ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਆਕਾਸ਼ਬਾਣੀ ਤੇ ਐਲਾਨ ਕਰ ਦਿੱਤਾ ਕਿ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤੇ ਗਏ ਹਨ। ਉਸ ਸਮੇਂ ਭਿੰਡਰਾਂਵਾਲਾ ਹਰਿਆਣਾ ਦੇ ਪਿੰਡ ਚੰਦੋ ਕਲਾਂ ਵਿੱਚ ਸੀ। ਹਰਿਆਣਾ ਪੁਲਿਸ ਨਹੀਂ ਸਮਝਦੀ ਸੀ ਕਿ ਉਸਨੂੰ ਗ੍ਰਿਫਤਾਰ ਕਰਨਾ ਉਸਦਾ ਕੰਮ ਸੀ। ਉਸ ਦਾ ਕਾਫਲਾ ਪੁਲਿਸ ਕਾਰ ਦੀ ਅਗਵਾਈ ਵਿੱਚ ਬੜੇ ਆਰਾਮ ਨਾਲ ਹਰਿਆਣਾ ਵਿੱਚੋਂ ਦੀ ਹੁੰਦਾ ਹੋਇਆ ਪੰਜਾਬ ਤੱਕ 300 ਮੀਲ ਦਾ ਸਫ਼ਰ 7 ਦਿਨਾਂ ਵਿੱਚ ਕਰਕੇ ਆਪਣੇ ਸਦਰ ਮੁਕਾਮ ਚੌਂਕ ਮਹਿਤਾ ਪਹੁੰਚਿਆ। ਭਿੰਡਰਾਂਵਾਲੇ ਨੇ ਖੁਦ ਪੰਜਾਬ ਪੁਲਿਸ ਸਾਹਮਣੇ ਗ੍ਰਿਫਤਾਰੀ ਲਈ ਪੇਸ਼ ਹੋਣ ਦੇ ਸਮੇਂ ਤੇ ਸਥਾਨ ਬਾਰੇ ਐਲਾਨ ਕੀਤਾ। ਇਹ ਗ੍ਰਿਫਤਾਰੀ 20 ਸਤੰਬਰ 1981 ਨੂੰ ਪ੍ਰਸ਼ੰਸਕਾਂ ਦੇ ਵੱਡੇ ਇਕੱਠ ਵਿੱਚ ਦਿੱਤੀ ਗਈ, ਜਿਸ ਵਿੱਚ ਸੰਤ ਲੌਂਗੋਵਾਲ, ਟੌਹੜਾ ਤੇ ਦਿੱਲੀ ਦੇ ਜਥੇਦਾਰ ਸੰਤੋਖ ਸਿੰਘ ਸ਼ਾਮਿਲ ਸਨ। ਉਸ ਦੇ ਪੈਰੋਕਾਰਾਂ ਦੀ ਪੁਲਿਸ ਨਾਲ ਝੜਪ ਹੋਈ, ਜਿਸ ਵਿੱਚ 17 ਆਦਮੀ ਮਾਰੇ ਗਏ। ਭਿੰਡਰਾਂਵਾਲੇ ਨੂੰ ਪੁਲਿਸ ਦੀ ਨਜ਼ਰਬੰਦੀ ਵਿੱਚ ਰੱਖਣ ਦੀ ਥਾਂ ਪੁਲਿਸ ਨੇ ਉਸਨੂੰ ਇੱਕ ਆਰਾਮ ਘਰ ਵਿੱਚ ਰੱਖਿਆ, ਜੋ ਸਰਕਾਰ ਦੇ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਲਈ ਰਾਖਵਾਂ ਹੁੰਦਾ ਹੈ। ਅਕਾਲੀ ਨੇਤਾਵਾਂ ਦੇ ਜ਼ੋਰ ਦੇਣ ਤੇ ਉਸਨੂੰ ਕੁਝ ਦਿਨ ਮਗਰੋਂ 15 ਅਕਤੂਬਰ ਨੂੰ ਰਿਹਾ ਕਰ ਦਿੱਤਾ ਗਿਆ। ਇਹ ਗਿਆਨੀ ਜੈਲ ਸਿੰਘ ਗ੍ਰਹਿ ਮੰਤਰੀ ਦੇ ਦਖਲ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਸੀ ਤੇ ਉਸਨੇ ਵੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਮਨਜ਼ੂਰੀ ਲੈਣ ਪਿੱਛੋਂ ਹੀ ਅਜਿਹਾ ਕੀਤਾ ਸੀ। ਭਿੰਡਰਾਂਵਾਲਾ ਇੱਕ ਨਾਇਕ ਬਣ ਕੇ ਉੱਭਰਿਆ। ਉਸਨੇ ਬਾਬਾ ਗੁਰਬਚਨ ਸਿੰਘ ਤੇ ਲਾਲਾ ਜਗਤ ਨਾਰਾਇਣ ਦੇ ਕਤਲ ਵਿੱਚ ਕਿਸੇ ਪ੍ਰਕਾਰ ਦਾ ਹੱਥ ਹੋਣ ਤੋਂ ਇਨਕਾਰ ਕੀਤਾ, ਪਰੰਤੂ ਉਸਦੇ ਕਤਲਾਂ ਦਾ ਉਤਸ਼ਾਹ ਨਾਲ ਸਮਰਥਨ ਕੀਤਾ ਤੇ ਖੁੱਲ੍ਹੇਆਮ ਕਿਹਾ, ਜਿਨ੍ਹਾਂ ਨੇ ਵੀ ਇਹ ਕਾਰਨਾਮੇ ਸਿਰੇ ਚਾੜ੍ਹੇ ਹਨ, ਉਹਨਾਂ ਦਾ ਅਕਾਲ ਤਖ਼ਤ ਵੱਲੋਂ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਜੇ ਉਹ ਮੇਰੇ ਕੋਲ ਆਉਣ ਤਾਂ ਮੈਂ ਉਹਨਾਂ ਨੂੰ ਸੋਨੇ ਦੇ ਬਰਾਬਰ ਤੋਲ ਕੇ ਇਨਾਮ ਦਿਆਂਗਾ। 9 ਨਵੰਬਰ 1981 ਨੂੰ ਚੌਕ ਮਹਿਤਾ ਵਿੱਚ ਇੱਕ ਧਮਾਕਾ ਹੋਇਆ, ਜਿਸ ਨਾਲ 3 ਨਿਵਾਸੀ ਮਾਰੇ ਗਏ। 3 ਘੰਟਿਆਂ ਲਈ ਪੁਲਿਸ ਨੂੰ ਭਿੰਡਰਾਂਵਾਲੇ ਨੇ ਅੰਦਰ ਨਾ ਵੜਨ ਦਿੱਤਾ ਤੇ ਫਿਰ ਆਪਣੀ ਪਸੰਦ ਦੇ ਅਫਸਰਾਂ ਨੂੰ ਹੀ ਅੰਦਰ ਆਉਣ ਦੀ ਆਗਿਆ ਦਿੱਤੀ। ਗ੍ਰਹਿ ਮੰਤਰੀ ਜੈਲ ਸਿੰਘ ਨੇ ਮੁੱਖ ਮੰਤਰੀ ਦਰਬਾਰਾ ਸਿੰਘ ਉੱਪਰ ਕੋਈ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ। 22 ਦਸੰਬਰ 1981 ਨੂੰ ਜਥੇਦਾਰ ਸੰਤੋਖ ਸਿੰਘ ਦਿੱਲੀ ਦਾ ਉਸ ਦੇ ਵਿਰੋਧੀ ਨੇ ਕਤਲ ਕਰ ਦਿੱਤਾ। ਉਸ ਦੀ ਅੰਤੇਸ਼ਟੀ ਸੰਬੰਧੀ ਰਸਮਾਂ ਵਿੱਚ ਭਿੰਡਰਾਂਵਾਲਾ ਹਾਜ਼ਰ ਸੀ। ਉਸ ਸਮੇਂ ਗਿਆਨੀ ਜੈਲ ਸਿੰਘ, ਮੰਤਰੀ ਬੂਟਾ ਸਿੰਘ ਤੇ ਰਾਜੀਵ ਗਾਂਧੀ ਵੀ ਸ਼ਾਮਿਲ ਸਨ। ਕੁਝ ਮਹੀਨੇ ਮਗਰੋਂ ਮਾਰਚ 1982 ਵਿੱਚ ਭਿੰਡਰਾਂਵਾਲਾ ਨੇ ਆਪਣੇ ਸ਼ਸਤਰਧਾਰੀ ਪੈਰੋਕਾਰਾਂ ਦਾ ਟਰੱਕ ਭਰ ਕੇ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ। ਹੁਣ ਦਰਬਾਰਾ ਸਿੰਘ ਦੀ ਜੈਲ ਸਿੰਘ ਉੱਪਰ ਇਹ ਇਲਜ਼ਾਮ ਲਾਉਣ ਦੀ ਵਾਰੀ ਸੀ ਕਿ ਉਸਨੇ ਜਾਣ-ਬੁੱਝ ਕੇ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਉਸ ਦੇ ਪੈਰੋਕਾਰਾਂ ਦੇ ਹਥਿਆਰ ਨਹੀਂ ਖੋਏ, ਜਿਨ੍ਹਾਂ ਵਿੱਚੋਂ ਬਹੁਤ ਗੈਰ-ਲਾਇਸੈਂਸੀ ਸਨ। ਲਗਭਗ ਸਾਲ ਮਗਰੋਂ ਕੇਂਦਰੀ ਸਰਕਾਰ ਨੇ ਮਹਿਸੂਸ ਕੀਤਾ ਕਿ ਉਹ ਭਿੰਡਰਾਂਵਾਲੇ ਨੂੰ ਆਪਣੇ ਲਾਭ ਲਈ ਵਰਤ ਨਹੀਂ ਸਕੇਗੀ ਤੇ ਉਸਨੇ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਭਿੰਡਰਾਂਵਾਲੇ ਵਿਰੁੱਧ ਕੋਈ ਸਖਤ ਤੇ ਨਿਰਣਾਇਕ ਕਦਮ ਉਠਾਏ। ਉਸ ਸਮੇਂ ਤੱਕ ਭਿੰਡਰਾਂਵਾਲੇ ਨੇ ਵੀ ਆਪਣੀਆਂ ਹੋਰ ਕਾਰਵਾਈਆਂ ਦੇ ਨਾਲ-ਨਾਲ ਹਿੰਦੂਆਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਲਿਆ ਸੀ। ਗਊਆਂ ਦੇ ਸਿਰ ਹਿੰਦੂ ਮੰਦਰਾਂ ਵਿੱਚ ਸੁੱਟੇ ਜਾਣ ਲੱਗੇ ਤੇ ਬੁੱਤ ਤੋੜੇ ਜਾਣ ਲੱਗੇ। ਬਦਲੇ ਦੀ ਕਾਰਵਾਈ ਵਜੋਂ ਹਿੰਦੂਆਂ ਨੇ ਵੀ ਸਿੱਖ ਗੁਰਦੁਆਰਿਆਂ ਦੀਆਂ ਪਰਿਕਰਮਾ ਵਿੱਚ ਸਿਗਰਟ ਸੁੱਟ ਕੇ, ਗ੍ਰੰਥ ਦੀਆਂ ਬੀੜਾਂ ਸਾੜ ਕੇ, ਗੁਰੂ ਰਾਮਦਾਸ ਦਾ ਚਿੱਤਰ ਤੋੜ ਕੇ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦਾ ਪਵਿੱਤਰ ਰੂਪ ਤੋੜ ਕੇ ਅਪਵਿੱਤਰ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਭਿੰਡਰਾਂਵਾਲੇ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਤੰਬਾਕੂ ਤੇ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਇੱਕ ਵੱਡਾ ਜਲੂਸ ਕੱਢਿਆ। ਸਥਾਨਕ ਹਿੰਦੂਆਂ ਨੇ ਵੀ ਇਹ ਨਾਅਰਾ ਲਾਉਂਦਿਆਂ ਜਲੂਸ ਕੱਢਿਆ। ਭਿੰਡਰਾਂਵਾਲੇ ਨੇ ਅਨੁਭਵ ਕੀਤਾ ਕਿ ਅੰਮ੍ਰਿਤ ਪ੍ਰਚਾਰ ਨਾਲੋਂ ਦੋਹਾਂ ਫਿਰਕਿਆਂ ਵਿੱਚ ਨਫ਼ਰਤ ਫੈਲਾਉਣਾ ਹਿੰਦੂਆਂ ਨਾਲੋਂ ਸਿੱਖਾਂ ਦੀ ਵੱਖਰੀ ਪਛਾਣ ਕਾਇਮ ਕਰਨ ਲਈ ਵਧੇਰੇ ਕਾਰਗਰ ਹੈ।
ਉਹ ਹਿੰਦੂਆਂ ਪ੍ਰਤੀ ਆਪਣੇ ਹਵਾਲਿਆਂ ਵਿੱਚ ਹੋਰ ਵਧੇਰੇ ਹਮਲਾਵਰ ਰੁਖ ਅਪਣਾਉਣ ਲੱਗਾ। ਉਸ ਨੇ ਇਹ ਵੀ ਤਾੜ ਲਿਆ ਕਿ ਜੈਲ ਸਿੰਘ ਤੇ ਦਰਬਾਰਾ ਸਿੰਘ ਹੁਣ ਉਸ ਨਾਲੋਂ ਸੰਬੰਧ ਤੋੜਨ ਲਈ ਕਾਹਲੇ ਸਨ ਤੇ ਉਹ ਉਸ ਵਿਰੁੱਧ ਸਖਤ ਕਾਰਵਾਈ ਕਰਕੇ ਸਰਕਾਰ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਣਾ ਚਾਹੁੰਦੇ ਸਨ। ਉਸ ਨੇ ਉਹਨਾਂ ਨੂੰ ਇੰਦਰਾ ਦੇ ਚਮਚੇ ਤੇ ਦੁਮਛੱਲੇ ਕਹਿ ਕੇ ਭੰਡਿਆ ਤੇ ਕਿਹਾ ਕਿ ਇਹ ਸਿੱਖ ਤਾਂ ਇੰਦਰਾ ਦੀਆਂ ਜੁੱਤੀਆਂ ਚੱਟ ਕੇ ਆਪਣੇ ਢਿੱਡ ਭਰਦੇ ਸਨ। 19 ਜੁਲਾਈ 1982 ਵਿੱਚ ਉਹਦੇ ਨੇੜਲੇ ਸਹਿਯੋਗੀਆਂ ਅਮਰੀਕ ਸਿੰਘ ਤੇ ਥਾੜਾ ਸਿੰਘ ਦੀ ਗ੍ਰਿਫਤਾਰੀ ਨੇ ਉਹਦੇ ਮਨ ਵਿੱਚ ਕੋਈ ਭੁਲੇਖਾ ਨਾ ਰਹਿਣ ਦਿੱਤਾ ਕਿ ਪੁਲਿਸ ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਵੇਗੀ। ਉਹ ਚੌਂਕ ਮਹਿਤਾ ਤੋਂ ਦਰਬਾਰ ਸਾਹਿਬ ਵੱਲ ਚਲਾ ਗਿਆ। ਅਕਾਲੀਆਂ ਨੇ, ਜਿਨ੍ਹਾਂ ਦਾ ਨਹਿਰ ਰੋਕੋ ਅੰਦੋਲਨ ਪਟਿਆਲਾ ਜ਼ਿਲ੍ਹੇ ਵਿੱਚ ਕਪੂਰੀ ਦੇ ਸਥਾਨ 'ਤੇ ਠੀਕ ਨਹੀਂ ਚੱਲ ਰਿਹਾ ਸੀ, ਉਸ ਨੂੰ ਜੀ ਆਇਆਂ ਕਿਹਾ ਤੇ ਉਸ ਨੇ ਦਰਬਾਰ ਸਾਹਿਬ ਸਮੂਹ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ਦੇ ਨਾਲ ਲੱਗਵੇਂ ਗੁਰੂ ਨਾਨਕ ਨਿਵਾਸ ਵਿੱਚ ਰਿਹਾਇਸ਼ ਕਰ ਲਈ। ਉਸ ਨੇ ਆਪਣੀਆਂ ਮੰਗਾਂ ਵਿੱਚ ਅਮਰੀਕ ਸਿੰਘ ਤੇ ਠਾੜਾ ਸਿੰਘ ਦੀ ਰਿਹਾਈ ਦੀ ਮੰਗ ਵੀ ਸ਼ਾਮਿਲ ਕਰ ਲਈ। ਭਿੰਡਰਾਂਵਾਲੇ ਨੇ ਸੰਤ ਲੌਂਗੋਵਾਲ ਨੂੰ ਧਰਮ ਯੁੱਧ ਮੋਰਚੇ ਦਾ ਡਿਕਟੇਟਰ ਪ੍ਰਵਾਨ ਕਰ ਲਿਆ, ਜੋ 4 ਅਗਸਤ 1982 ਨੂੰ ਸ਼ੁਰੂ ਕੀਤਾ ਗਿਆ ਸੀ। ਭਿੰਡਰਾਂਵਾਲੇ ਦੇ ਦਰਬਾਰ ਸਾਹਿਬ ਵਿੱਚ ਆ ਜਾਣ ਨਾਲ ਹੀ ਮੱਠੇ ਪੈ ਰਹੇ ਅਕਾਲੀ ਮੋਰਚੇ ਵਿੱਚ ਨਵਾਂ ਉਤਸ਼ਾਹ ਆ ਗਿਆ। ਉਹ ਕਦੇ ਵੀ ਵਿਰੋਧ ਕਰਨ ਲਈ ਗਾਂਧੀਵਾਦੀ ਢੰਗ ਤਰੀਕਿਆਂ ਦਾ ਅਨੁਸਾਰੀ ਨਹੀਂ ਸੀ, ਪਰ ਹੁਣ ਉਸ ਨੇ ਹਿੰਸਾ ਦਾ ਰਾਹ ਤਿਆਗੇ ਬਿਨਾਂ ਹੀ ਆਪਣਾ ਨਾਮ ਸ਼ਾਂਤਮਈ ਮੋਰਚੇ ਨਾਲ ਜੋੜ ਦਿੱਤਾ। ਦੂਸਰੇ ਪਾਸੇ ਅਕਾਲੀਆਂ ਨੇ ਉਸ ਸਖਤ ਵਤੀਰੇ ਦਾ ਪ੍ਰਦਰਸ਼ਨ ਕੀਤਾ ਜੋ ਉਹਨਾਂ ਪੁਰਖਾਂ ਇਸਤਰੀਆਂ ਦੇ ਵਾਰਸਾਂ ਲਈ ਅਣਉਚਿਤ ਸੀ, ਜਿਨ੍ਹਾਂ ਨੇ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਲਈ ਸ਼ਾਂਤਮਈ ਸੱਤਿਆਗ੍ਰਹਿਆਂ ਨਾਲ ਬਹਾਦਰੀ ਨਾਲ ਮੋਰਚੇ ਜਿੱਤੇ ਸਨ। ਧਰਮ ਯੁੱਧ ਮੋਰਚੇ ਦੇ ਸਵੈ ਸੇਵਕਾਂ ਨੂੰ ਕੁਝ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਿਨਾਂ ਹੋਰ ਕੋਈ ਬੇਅਰਾਮੀ ਨਹੀਂ ਹੋਈ। ਉਹਨਾਂ ਦੇ ਆਗੂਆਂ ਨੇ ਭਿੰਡਰਾਂਵਾਲੇ ਦੇ ਸਮਰਥਕਾਂ ਵੱਲੋਂ ਲੁੱਟ-ਮਾਰ ਦੀਆਂ ਕਾਰਵਾਈਆਂ 'ਤੇ ਚੁੱਪ ਵੱਟੀ ਰੱਖੀ। ਸੰਤ ਲੌਂਗੋਵਾਲ ਨੇ ਕਿਹਾ, ਸਰਕਾਰ ਨੂੰ ਮਾਰਨ ਲਈ ਤਾਂ ਉਹ ਸਾਡਾ ਡੰਡਾ ਹੈ। ਜਿਨ੍ਹਾਂ ਲੋਕਾਂ ਨੂੰ ਭਿੰਡਰਾਂਵਾਲਾ ਪਸੰਦ ਨਹੀਂ ਕਰਦਾ ਸੀ, ਉਹਨਾਂ 'ਤੇ ਉਹਦਾ ਡੰਡਾ ਅੰਧਾਧੁੰਦ ਵੱਜਦਾ। ਦਰਬਾਰ ਸਾਹਿਬ ਵਿੱਚ ਰਿਹਾਇਸ਼ ਲਿਜਾਣ ਤੋਂ ਕੁਝ ਦਿਨ ਮਗਰੋਂ ਹੀ 22-23 ਜੁਲਾਈ 1982 ਨੂੰ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। 4 ਅਗਸਤ ਨੂੰ ਇੰਡੀਅਨ ਏਅਰਲਾਈਨਜ਼ ਦਾ ਇੱਕ ਜਹਾਜ਼, ਜਿਸ ਵਿੱਚ 126 ਮੁਸਾਫਿਰ ਸਨ, ਅਗਵਾ ਕਰਕੇ ਪਾਕਿਸਤਾਨ ਲਿਜਾਇਆ ਗਿਆ। ਇਸ ਨੂੰ ਪਾਕਿਸਤਾਨ ਉਤਰਨ ਦੀ ਆਗਿਆ ਨਾ ਦਿੱਤੀ ਗਈ। ਇਹ ਫਿਰ ਅੰਮ੍ਰਿਤਸਰ ਵਾਪਸ ਲਿਆਂਦਾ ਗਿਆ, ਜਿੱਥੇ ਅਗਵਾਕਾਰਾਂ ਨੇ ਆਤਮ ਸਮਰਪਣ ਕਰ ਦਿੱਤਾ। 2 ਹਫ਼ਤੇ ਪਿੱਛੋਂ 20 ਅਗਸਤ ਨੂੰ ਇੱਕ ਹੋਰ ਜਹਾਜ਼ ਅਗਵਾ ਕਰਕੇ ਲਿਆਂਦਾ ਗਿਆ। ਇਸ ਨੂੰ ਲਾਹੌਰ ਉਤਰਨ ਦੀ ਆਗਿਆ ਨਾ ਦਿੱਤੀ ਗਈ ਤੇ ਜਦੋਂ ਇਹ ਆਖਰ ਉਤਾਰਿਆ ਗਿਆ ਤਾਂ ਅਗਵਾਕਾਰ ਨੂੰ ਗੋਲੀ ਮਾਰ ਦਿੱਤੀ ਗਈ। ਉਸੇ ਦਿਨ ਮੁੱਖ ਮੰਤਰੀ ਦੀ ਜਾਨ ਲੈਣ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ, ਪਰ ਉਹ ਬਿਨਾਂ ਕਿਸੇ ਚੋਟ ਦੇ ਬਚ ਗਿਆ, ਪਰ ਉਹਦੇ ਨਾਲ ਦੇ 18 ਹੋਰ, ਜਿਨ੍ਹਾਂ ਵਿੱਚ ਸਿੱਖਿਆ ਮੰਤਰੀ ਵੀ ਸੀ, ਜ਼ਖਮੀ ਹੋ ਗਏ। 11 ਸਤੰਬਰ ਨੂੰ ਅਕਾਲੀ ਸਵੈ ਸੇਵਕਾਂ ਦੀ ਲੱਦੀ ਬੱਸ ਜੋ ਜੇਹਲਮ ਨੂੰ ਜਾ ਰਹੀ ਸੀ, ਬਿਨਾਂ ਆਦਮੀ ਵਾਲੇ ਫਾਟਕ 'ਤੇ ਰੇਲ ਗੱਡੀਆਂ ਨਾਲ ਟਕਰਾ ਗਈ, ਜਿਸ ਨਾਲ 34 ਮਰ ਗਏ ਤੇ 21 ਜ਼ਖਮੀ ਹੋ ਗਏ। ਅਕਾਲੀ ਨੇਤਾਵਾਂ ਨੇ ਸਰਕਾਰ 'ਤੇ ਜਾਣ ਬੁੱਝ ਕੇ ਕਤਲ ਕਰਨ ਦਾ ਦੋਸ਼ ਲਾਇਆ ਤੇ 1 ਮਹੀਨਾ ਮਗਰੋਂ ਦਿੱਲੀ ਦੇ ਪਾਰਲੀਮੈਂਟ ਭਵਨ ਦੇ ਸਾਹਮਣੇ ਮ੍ਰਿਤਕਾਂ ਦੀ ਲਾਸ਼ ਰੱਖ ਕੇ ਜਲੂਸ ਕੱਢਿਆ ਤੇ ਪੁਲਿਸ ਨਾਲ ਟੱਕਰ ਲਈ। ਕਦੇ ਹੀ ਕੋਈ ਦਿਨ ਕਤਲਾਂ, ਬੈਂਕ ਡਾਕਿਆਂ ਤੇ ਸਰਕਾਰੀ ਅਸਲਾਖਾਨਿਆਂ 'ਚੋਂ ਹਥਿਆਰ ਲੁੱਟਣ ਬਿਨਾਂ ਲੰਘਦਾ। ਸਭ ਤੋਂ ਬੇਬਾਕੀ ਤੇ ਨਿਡਰਤਾ ਭਰਿਆ ਅਪਰਾਧ 25 ਅਪ੍ਰੈਲ 1983 ਦੀ ਸਵੇਰ ਨੂੰ ਕੀਤਾ ਗਿਆ, ਜਦੋਂ ਦਰਬਾਰ ਸਾਹਿਬ 'ਚੋਂ ਅਰਦਾਸ ਕਰਕੇ ਨਿਕਲਦੇ DIG ਪੁਲਿਸ ਨੇ AS ਅਟਵਾਲ ਨੂੰ ਪ੍ਰਵੇਸ਼ ਦੁਆਰ 'ਚੋਂ ਬਾਹਰ ਨਿਕਲਦੇ ਹੀ ਗੋਲੀ ਨਾਲ ਉਡਾ ਦਿੱਤਾ। ਇਸ ਕਤਲ ਨੂੰ ਡਿਊਟੀ ਦੇ ਰਹੇ ਕਈ 20 ਪੁਲਿਸੀਆਂ ਤੇ ਸੈਂਕੜੇ ਸ਼ਰਧਾਲੂਆਂ ਨੇ ਵੇਖਿਆ। ਕਾਤਲ ਬੜੇ ਆਰਾਮ ਨਾਲ ਬਾਜ਼ਾਰਾਂ 'ਚੋਂ ਲੰਘ ਕੇ ਫਿਰ ਹਰਿਮੰਦਰ ਸਮੂਹ ਵਿੱਚ ਜਾ ਵੜੇ ਤੇ ਕਿਸੇ ਨੇ ਵੀ ਪਿੱਛਾ ਕਰਕੇ ਉਹਨਾਂ ਨੂੰ ਫੜਨ ਦਾ ਸਾਹਸ ਨਾ ਕੀਤਾ। ਹਿੰਸਕ ਕਾਰਵਾਈਆਂ ਘਟਣ ਤੱਕ ਮੋਰਚਾ ਮੁਲਤਵੀ ਕਰਨ ਦੀ ਥਾਂ ਅਕਾਲੀਆਂ ਨੇ ਇੱਕ ਹੋਰ ਮੋਰਚਾ ਲਾ ਦਿੱਤਾ। ਨਹਿਰ ਰੋਕੋ ਮਗਰੋਂ
4 ਅਪ੍ਰੈਲ 1983 ਨੂੰ ਰਾਸਤਾ ਰੋਕੋ ਤੇ 17 ਜੂਨ ਨੂੰ ਰੇਲ ਰੋਕੋ ਤੇ 29 ਅਗਸਤ ਨੂੰ ਕੰਮ ਰੋਕੋ ਨਵੇਂ ਮੁਹਾਜ਼ ਖੋਲ੍ਹ ਦਿੱਤੇ ਗਏ। ਉਸ ਸਮੇਂ ਹੀ ਮੌਤ ਦੇ ਘਾਟ ਉਤਾਰੇ ਜਾਣ ਵਾਲਿਆਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ। ਨਿਸ਼ਾਨੇ ਉੱਪਰ ਦੈਨਿਕ ਪ੍ਰਤਾਪ ਜਲੰਧਰ ਦਾ ਸੰਪਾਦਕ ਵਿਜੇਂਦਰ ਸੀ। ਉਸ ਦੇ ਸਿਰਨਾਵੇਂ 'ਤੇ ਭੇਜੇ ਗਏ ਪਾਰਸਲ ਨਾਲ ਉਸਦੇ 2 ਮੁਲਾਜ਼ਮ ਮਾਰੇ ਗਏ। ਸੰਤ ਲੌਂਗੋਵਾਲ ਤੇ ਦੂਸਰੇ ਅਕਾਲੀ ਨੇਤਾਵਾਂ ਨੇ ਇਸ ਕਤਲੇਆਮ 'ਤੇ ਅਫਸੋਸ ਪ੍ਰਗਟ ਕੀਤਾ। ਲੌਂਗੋਵਾਲ ਨੇ ਨਿਰਦੋਸ਼ਾਂ ਦੇ ਕਾਤਲਾਂ ਨੂੰ ਪੰਥ 'ਚੋਂ ਛੇਕਣ ਲਈ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪ੍ਰੇਰਨ ਵਿੱਚ ਟੌਹੜੇ ਨੇ ਅੜੰਗਾ ਪਾ ਦਿੱਤਾ, ਜਿਸ ਦਾ ਵਿਚਾਰ ਸੀ ਕਿ ਸਪੱਸ਼ਟ ਨਿਖੇਧੀ ਸਮੁੱਚੇ ਸਿੱਖਾਂ ਦੀ ਨਿਖੇਧੀ ਹੋਵੇਗੀ। ਲੌਂਗੋਵਾਲ ਨੇ ਇਸ ਘਟਨਾ 'ਤੇ ਕੇਵਲ ਅਫਸੋਸ ਹੀ ਪ੍ਰਗਟ ਕੀਤਾ। ਇਹ ਨਿਰੰਤਰ ਹੋ ਰਹੇ ਕਤਲਾਂ ਵਿੱਚ ਸਭ ਤੋਂ ਕਾਇਰਤਾਪੂਰਨ ਕੁਕਰਮ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਬੱਸ ਦਾ ਢਿਲਵਾਂ ਪਿੰਡ ਕੋਲ ਅਗਵਾ ਕਰਕੇ 6 ਹਿੰਦੂ ਮੁਸਾਫਰਾਂ ਨੂੰ ਬੱਸ 'ਚੋਂ ਲਾਹ ਕੇ ਗੋਲੀ ਮਾਰਨ ਦਾ ਅਪਰਾਧ ਸੀ। ਇਹ ਸਪੱਸ਼ਟ ਹੋ ਗਿਆ ਕਿ ਇਸ ਵੱਧ ਰਹੀ ਹਿੰਸਾ ਨੂੰ ਦਰਬਾਰਾ ਸਿੰਘ ਸਰਕਾਰ ਰੋਕ ਸਕਣ ਦੇ ਸਮਰੱਥ ਨਹੀਂ ਸੀ। ਅਗਲੇ ਦਿਨ 6 ਅਕਤੂਬਰ 1983 ਨੂੰ ਉਹਦੀ ਸਰਕਾਰ ਬਰਤਰਫ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਭਿੰਡਰਾਂਵਾਲੇ ਨੇ ਦਰਬਾਰਾ ਸਿੰਘ ਦੇ ਪਤਨ ਨੂੰ ਆਪਣੀ ਜਿੱਤ ਸਮਝਿਆ ਤੇ ਉਹ ਭਾਸ਼ਣਾਂ ਅਤੇ ਬੋਲ ਬੁਲਾਰੇ 'ਚ ਹੋਰ ਵੀ ਅਰੋਕ ਤੇ ਅਸੰਜਮੀ ਹੋ ਗਿਆ। ਦਰਬਾਰ ਸਾਹਿਬ ਸਮੂਹ ਵਿੱਚ ਵੱਖ-ਵੱਖ ਧੜਿਆਂ ਵਿੱਚ ਵੀ ਤਣਾਅ ਵਧਣਾ ਸ਼ੁਰੂ ਹੋ ਗਿਆ। ਇੱਕ ਪਾਸੇ ਸੰਤ ਲੌਂਗੋਵਾਲ ਸਨ, ਜੋ ਘੱਟ ਬੋਲਣ ਵਾਲਿਆਂ ਦੀ ਬਹੁ-ਗਿਣਤੀ ਦੀ ਪ੍ਰਤੀਨਿਧਤਾ ਕਰਦੇ ਸਨ, ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਸਮਰਥਕ ਸਨ, ਜੋ ਹਿੰਸਾ ਦਾ ਵਿਰੋਧ ਕਰਦੇ ਸਨ ਤੇ ਸਰਕਾਰ ਨਾਲ ਕਿਸੇ ਸਮਝੌਤੇ ਦੇ ਹਾਮੀ ਸਨ। ਦੂਸਰੇ ਪਾਸੇ ਭਿੰਡਰਾਂਵਾਲਾ ਤੇ ਉਤਨੇ ਹੀ ਹਿੰਸਕ ਬੱਬਰ ਖਾਲਸਾ ਤੇ ਅਖੰਡ ਕੀਰਤਨੀ ਜਥੇ ਵਾਲੇ ਸਨ, ਜੋ ਇੱਕ ਦੂਸਰੇ ਦੇ ਵੀ ਕੱਟੜ ਵਿਰੋਧੀ ਸਨ, ਪਰੰਤੂ ਉਹ ਸਿੱਖ ਰਾਜ ਸਥਾਪਿਤ ਕਰਨ ਦੇ ਜੋਸ਼ ਨਾਲ ਉਬਲ ਰਹੇ ਸਨ। ਜੇ ਉਹ ਸਿੱਖ ਜਨਤਾ ਨੂੰ ਆਪਣੇ ਦ੍ਰਿਸ਼ਟੀਕੋਣ ਨਾਲ ਸਹਿਮਤ ਕਰਨ ਵਿੱਚ ਸਫਲ ਨਾ ਹੋਏ ਤਾਂ ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਪੰਜਾਬੀ ਹਿੰਦੂਆਂ ਨੂੰ ਡਰਾ ਕੇ ਪੰਜਾਬ ਛੱਡ ਦੇਣ ਲਈ ਮਜਬੂਰ ਕਰ ਦੇਣਗੇ ਤੇ ਇਸ ਨਾਲ ਭਾਰਤ ਦੇ ਦੂਸਰੇ ਭਾਗਾਂ ਦੇ ਹਿੰਦੂਆਂ ਵਿੱਚ ਗੁੱਸਾ ਲਿਆ ਕੇ ਉਤੇਜਿਤ ਕਰਕੇ ਸਿੱਖਾਂ ਨੂੰ ਉੱਥੋਂ ਕੱਢ ਦੇਣ ਲਈ ਤੇ ਪੰਜਾਬ ਆਉਣ ਲਈ ਉਹ ਮਜਬੂਰ ਕਰ ਦੇਣਗੇ। ਜੇ ਇਸ ਤਰ੍ਹਾਂ ਕਰਕੇ ਉਹ ਸਿੱਖਾਂ ਦਾ ਅਨੁਪਾਤ 60 ਤੇ ਹਿੰਦੂਆਂ ਦੇ 40 ਤੋਂ ਸਿੱਖਾਂ ਦਾ ਅਨੁਪਾਤ 80% ਕਰਨ ਵਿੱਚ ਸਫਲ ਹੋ ਗਏ ਤਾਂ ਉਹ ਘੱਟੋ ਘੱਟ ਕਾਨੂੰਨੀ ਤੌਰ 'ਤੇ ਨਾ ਸਹੀ ਯਥਾਰਥਕ ਰੂਪ ਵਿੱਚ ਖਾਲਿਸਤਾਨ ਪ੍ਰਾਪਤ ਕਰ ਲੈਣਗੇ। ਜਦੋਂ ਭਿੰਡਰਾਂਵਾਲੇ ਨੂੰ ਲੌਂਗੋਵਾਲ ਦਲ ਦੇ ਅਕਾਲੀਆਂ ਨਾਲ ਨਫ਼ਰਤ ਸੀ ਅਤੇ ਉਹ ਬਾਦਲ ਦੇ ਪ੍ਰਾਣਾਂ ਦਾ ਵੈਰੀ ਸੀ, ਪਰ ਉਹ ਬੱਬਰ ਖਾਲਸਾ ਤੇ ਅਖੰਡ ਕੀਰਤਨੀ ਜਥੇ ਤੋਂ ਡਰਦਾ ਸੀ। 3 ਮਹੀਨਿਆਂ ਲਈ ਉਹ ਤਿੰਨੇ ਧੜੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ਦੇ ਨਾਲ ਲੱਗਦੀਆਂ ਸਰਾਂ ਵਿੱਚ ਸਵਰਨ ਮੰਦਰ ਸਮੂਹ ਦੇ ਚੜ੍ਹਦੇ ਪਾਸੇ ਰਹੇ। ਉਨ੍ਹਾਂ ਦਾ ਆਪਸ ਵਿੱਚ ਕਈ ਵਾਰ ਗਾਲ-ਮੰਦਾ ਤੇ ਧੱਕਾ-ਮੁੱਕੀ ਵੀ ਹੋ ਜਾਂਦੀ ਸੀ। ਸੰਤ ਲੌਂਗੋਵਾਲ ਨੇ ਧਮਕੀ ਦਿੱਤੀ ਕਿ ਜੇ ਭਿੰਡਰਾਂਵਾਲੇ ਨੂੰ ਦਰਬਾਰ ਸਾਹਿਬ 'ਚੋਂ ਨਾ ਕੱਢਿਆ ਗਿਆ ਤਾਂ ਉਹ ਇੱਥੋਂ ਚਲਾ ਜਾਵੇਗਾ। ਭਿੰਡਰਾਂਵਾਲੇ ਨੇ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਉਹ ਇੱਕ ਵਾਰ ਧਰਮ ਸਥਾਨ ਦੀ ਆਪਣੀ ਸ਼ਰਨਗਾਹ 'ਚੋਂ ਚਲਾ ਗਿਆ ਤਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲਵੇਗੀ। ਟੌਹੜੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਤੇ ਦਰਬਾਰ ਸਾਹਿਬ ਵਿੱਚ ਸ਼ਾਂਤੀ ਰੱਖਣ ਦੀ ਜ਼ਿੰਮੇਵਾਰੀ ਸੀ। ਉਸ ਨੇ ਨਾ ਚਾਹੁੰਦੇ ਹੋਏ ਗਿਆਨੀ ਕਿਰਪਾਲ ਸਿੰਘ 'ਤੇ ਦਬਾਅ ਪਾਇਆ ਕਿ ਉਹ ਭਿੰਡਰਾਂਵਾਲੇ ਤੇ ਉਹਦੇ ਸਾਥੀਆਂ ਨੂੰ ਅਕਾਲ ਤਖ਼ਤ ਦੀਆਂ ਉੱਪਰਲੀਆਂ 2 ਮੰਜ਼ਲਾਂ 'ਤੇ ਚਲੇ ਜਾਣ ਦੀ ਆਗਿਆ ਦੇ ਦੇਵੇ, ਕਿਉਂ ਜੋ ਉਹ ਹੀ ਉਸੇ ਸਮੇਂ ਅਕਾਲ ਤਖ਼ਤ ਦਾ ਜਥੇਦਾਰ ਸੀ। ਭਿੰਡਰਾਂਵਾਲਾ ਆਪਣੇ ਬੰਦੂਕਚੀਆਂ ਦੇ ਅਮਲੇ ਫੈਲੇ ਨਾਲ ਅਕਾਲ ਤਖ਼ਤ 'ਤੇ ਚਲਾ ਗਿਆ, ਜਿਨ੍ਹਾਂ ਵਿੱਚ ਮੇਜਰ ਜਨਰਲ ਸਪੇਗ ਸਿੰਘ ਵੀ ਸ਼ਾਮਿਲ ਸੀ, ਜਿਸ ਨੇ ਉਹਦੇ ਪੈਰੋਕਾਰਾਂ ਨੂੰ ਨਵੀਨ ਹਥਿਆਰਾਂ ਦੀ ਸਿਖਲਾਈ ਦੇਣ ਲਈ ਸਹਿਮਤੀ ਪ੍ਰਗਟ ਕੀਤੀ। ਸਪੇਗ ਸਿੰਘ ਇੱਕ ਜੱਟ ਸਿੱਖ ਸੀ, ਜਿਸ ਨੇ 1971 ਦੀ ਹਿੰਦ-ਪਾਕ ਲੜਾਈ ਵਿੱਚ ਬਹੁਤ ਪ੍ਰਸਿੱਧੀ ਖੱਟੀ ਸੀ, ਜਦੋਂ ਉਸ ਨੇ ਮੁਕਤੀ ਵਾਹਿਨੀ ਦੇ ਗੁਰੀਲਿਆਂ ਨੂੰ ਸਿਖਲਾਈ ਦਿੱਤੀ ਸੀ।
परंतु जदों ਉਹਦੀ ਨਿਯੁਕਤੀ ਮੱਧ ਪ੍ਰਦੇਸ਼ ਵਿੱਚ ਹੋਈ ਤਾਂ ਉਸ ਉੱਪਰ ਫੌਜੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ। ਉਸ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ। ਉਸ ਨੂੰ ਪਦਵੀ ਤੋਂ ਲਾ ਕੇ ਬਰਖਾਸਤ ਕਰ ਦਿੱਤਾ ਗਿਆ। ਉਹ ਅਕਾਲੀ ਧਰਮ ਯੁੱਧ ਮੋਰਚੇ ਵਿੱਚ ਸ਼ਾਮਿਲ ਹੋ ਗਿਆ ਤੇ ਫਿਰ ਉਹ ਭਿੰਡਰਾਂਵਾਲੇ ਦਾ ਮੁੱਖ ਸੈਨਿਕ ਸਲਾਹਕਾਰ ਬਣ ਗਿਆ। ਉਹ ਨੀਲਾ ਤਾਰਾ ਸਾਕਾ ਵਿੱਚ ਮਾਰਿਆ ਗਿਆ। ਉਹਨਾਂ ਦੇ ਨਾਲ ਹੀ ਇੱਕ ਹੋਰ ਰਿਟਾਇਰਡ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਵੀ ਸੀ। ਭਿੰਡਰਾਂਵਾਲੇ ਨੇ ਅਕਾਲ ਤਖ਼ਤ ਦੀ ਕਿਲ੍ਹਾਬੰਦੀ ਕਰਨੀ ਤੇ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਸਨੇ ਕੇਵਲ ਭਾਰਤ ਸਰਕਾਰ ਦੀਆਂ ਸੈਨਾਵਾਂ ਨਾਲ ਟੱਕਰ ਹੀ ਨਹੀਂ ਲੈਣੀ ਸੀ, ਸਗੋਂ ਬੱਬਰ ਖਾਲਸਾ ਤੇ ਜੁਝਾਰੂ ਅਕਾਲੀਆਂ ਨਾਲ ਵੀ ਮੁਕਾਬਲਾ ਕਰਨਾ ਸੀ। ਉਸਨੇ ਸੰਤ ਲੌਂਗੋਵਾਲ ਪ੍ਰਤੀ ਆਪਣੀ ਨਾਪਸੰਦਗੀ ਤੇ ਘ੍ਰਿਣਾ ਨੂੰ ਪ੍ਰਗਟ ਕਰ ਦਿੱਤਾ। ਜਦੋਂ ਉਸ ਨੂੰ ਦੂਸਰਾ ਗਾਂਧੀ ਤੇ ਉਹਦੇ ਨਿਵਾਸ ਨੂੰ ਗਾਂਧੀ ਨਿਵਾਸ ਆਖਿਆ ਤੇ ਆਪਣੇ ਨਿਵਾਸ ਨੂੰ ਸ਼ਕਤੀ ਨਿਵਾਸ ਆਖਿਆ। ਭਿੰਡਰਾਂਵਾਲਾ ਤੇ ਸੰਤ ਲੌਂਗੋਵਾਲ ਆਪਣੇ ਵੱਖਰੇ ਵੱਖਰੇ ਰਾਹਾਂ ਤੇ ਚੱਲਦੇ ਰਹੇ। 12 ਅਪ੍ਰੈਲ 1984 ਨੂੰ ਸਾਬਕਾ MLA ਹਰਬੰਸ ਲਾਲ ਖੰਨਾ ਤੇ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਵਿੱਚ ਮਾਰ ਦਿੱਤਾ ਗਿਆ। ਅਗਲੇ ਦਿਨ ਉਹਦੇ ਦਾਹ ਸੰਸਕਾਰ ਸਮੇਂ 3 ਅਪ੍ਰੈਲ ਨੂੰ ਪੰਜਾਬੀ ਸਾਹਿਤ ਦੇ ਪ੍ਰੋਫੈਸਰ ਵਿਸ਼ਵਨਾਥ ਤਿਵਾੜੀ ਮੈਂਬਰ ਪਾਰਲੀਮੈਂਟ ਨੂੰ ਚੰਡੀਗੜ੍ਹ ਵਿੱਚ ਉਹਦੇ ਘਰ ਵਿੱਚ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਅਪ੍ਰੈਲ 14 ਨੂੰ ਸੁਰਿੰਦਰ ਸਿੰਘ ਸੋਢੀ, ਜਿਸਨੂੰ ਭਿੰਡਰਾਂਵਾਲਾ ਆਪਣਾ ਭਰਾ ਆਖਿਆ ਕਰਦਾ ਸੀ, ਉਹਦੀ ਇੱਕ ਇਸਤਰੀ ਸਾਥਣ ਨੇ ਹਰਮੰਦਰ ਦੇ ਬਾਹਰ ਚਾਹ ਦੀ ਦੁਕਾਨ ਤੇ ਮਾਰ ਦਿੱਤਾ। ਅਗਲੇ ਦਿਨ ਉਸ ਇਸਤਰੀ ਦੇ ਟੁਕੜੇ ਟੁਕੜੇ ਹੋਈ ਲਾਸ਼ ਗੰਦੇ ਨਾਲੇ ਵਿੱਚੋਂ ਮਿਲੀ। ਭਿੰਡਰਾਂਵਾਲੇ ਨੇ ਸੋਢੀ ਦੇ ਕਤਲ ਦਾ ਬਦਲਾ 24 ਘੰਟਿਆਂ ਅੰਦਰ ਲੈ ਲੈਣ ਦੀ ਫੜ ਮਾਰੀ। 22 ਮਈ 1984 ਨੂੰ ਰਮੇਸ਼ ਚੰਦਰ, ਜੋ ਆਪਣੇ ਪਿਤਾ ਜਗਤ ਨਾਰਾਇਣ ਮਗਰੋਂ ਹਿੰਦੂ ਸਮਾਚਾਰ ਸਮੂਹ ਦਾ ਸੰਪਾਦਕ ਬਣਿਆ, ਉਸ ਨੂੰ ਉਹਦੇ ਦਫ਼ਤਰ ਵਿੱਚ ਜਲੰਧਰ ਵਿੱਚ ਹੀ ਕਤਲ ਕਰ ਦਿੱਤਾ ਗਿਆ। ਇਸ ਖਿਆਲ ਨਾਲ ਕਿ ਉਹ ਸਾਹਸ ਪੂਰਵਕ ਤੇ ਧੜੱਲੇਦਾਰ ਕਾਰਵਾਈ ਦੂਸਰਿਆਂ ਨਾਲੋਂ ਪਿੱਛੇ ਨਾ ਰਹਿ ਜਾਵੇ, ਸੰਤ ਲੌਂਗੋਵਾਲ ਨੇ ਐਲਾਨ ਕਰ ਦਿੱਤਾ ਕਿ ਸਿੱਖ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਦੇ ਸਮੇਂ 3 ਜੂਨ 1984 ਤੋਂ ਨਾ ਮਿਲਵਰਤਨ ਅੰਦੋਲਨ ਸ਼ੁਰੂ ਕਰਨਗੇ। ਉਹ ਸਰਕਾਰ ਨੂੰ ਮਾਮਲਾ ਅਭਿਆਨਾਂ ਤੇ ਬਿਜਲੀ ਦੇ ਬਿੱਲ ਨਹੀਂ ਦੇਣਗੇ ਤੇ ਪੰਜਾਬ ਤੋਂ ਬਾਹਰ ਅਨਾਜ ਜਾਣਾ ਬੰਦ ਕਰ ਦੇਣਗੇ। ਆਪਣੇ ਨਵੇਂ ਸਲਾਹਕਾਰਾਂ ਦੀ ਸਲਾਹ ਤੇ ਸ਼੍ਰੀਮਤੀ ਗਾਂਧੀ ਨੇ ਫੈਸਲਾ ਕਰ ਲਿਆ ਕਿ ਹੁਣ ਅਕਾਲੀਆਂ ਤੇ ਭਿੰਡਰਾਂਵਾਲੇ ਨਾਲ ਲੇਖਾ ਚੁਕਾਉਣ ਦਾ ਮੌਕਾ ਆ ਗਿਆ ਹੈ। ਅੱਜ ਅਸੀਂ ਇਸ ਕਿਤਾਬ ਦੇ 331 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।